ਜਾਮ ਗੁਰੂ ਹੋਏ ਬਲ ਤਨਹ ਕਿਆ ਗੌਰਵ ਦਜੈ। ਜਾਮ ਗੁਰੂ ਹੋਏ ਬਲ ਲਖ ਬਾਹੀ ਕਿਆ ਕੀਜੈ। ਜਾਮ ਗੁਰੂ ਹੋਏ ਬਲ ਗਿਆਨ ਔਰ ਧਿਆਨ ਅਨਨ ਪਰ। ਜਾਮ ਗੁਰੂ ਹੋਏ ਬਲ ਸ਼ਬਦ ਸਾਖੀ ਸੋ ਸੱਚਾ ਘਰ। ਜੋ ਗੁਰੂ ਗੁਰੂ ਨਿਸ ਦਿਨ ਜਪੈ ਦਾਸ ਭਟ ਬੇਨਤ ਕਹੈ। ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਥੇ ਰਹੈ। ਜਬ ਲੋ ਨਹੀਂ ਲਾਰ ਭਾਗ ਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਆ। ਕਾਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟਹ ਨਹੀਂ ਰੇ ਪਛਤਾਇਆ। ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਪਨਾਇਆ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਆ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਹਰ ਤਬ ਜਾਣੁ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧਨ ਧਨ ਗੁਰ ਨਾਨਕ ਜਨ ਕੇਰਾ ਨਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜਿਹ ਸਿਮਰਤ ਗਨ ਕਾਸੀ ਉਦਰੀ। ਤਾਕੋ ਜਸ ਉਰ ਧਾਰੋ ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ। ਆਰ ਨਿਰਭੈ ਪਦ ਪਾਇਆ ਦੁਖ ਹਰਤਾ ਇਹ ਬਿਦ ਕੋ ਸੁਆਮੀ। ਤੈ ਕਾਹੇ ਬਿਸਰਾਇਆ ਜਬ ਹੀ ਸਰਨ ਗਹੀ ਕਿਰਪਾ ਨਿਧ। ਗਾਜ ਗਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੋ। ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ।
ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰਹਿ ਪਾਰਾ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਬੜੀ ਹੀ ਨਿਮਰਤਾ ਸਹਿਤ ਬੁਲਾਏ ਹੋਏ ਫਤਿਹ ਨੂੰ ਪ੍ਰਵਾਨ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦੇ ਬੜੇ ਬੜੇ ਭਾਗ ਹਨ, ਜਿਨ੍ਹਾਂ ਭਾਗਾਂ ਦੇ ਸਦਕਾ ਆਪ ਜੀ ਨੂੰ ਚੌਰ ਛਤਰ ਤਖਤ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਸਾਂਝੀ ਵਾਲਤਾ ਦੇ ਪ੍ਰਤੀਕ, 10 ਗੁਰੂ ਸਾਹਿਬਾਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਸਰਵਣ ਕਰਕੇ ਹਟਿਓ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹਿਰਾ। ਆਪ ਜੀ ਨੇ ਪਹਿਲਾਂ ਕੀਰਤਨ ਸਰਵਣ ਕੀਤਾ ਹੈ, ਜਿਸ ਦੇ ਵਿੱਚ ਸਾਰੇ ਹੀ ਰਤਨ ਹਨ, ਭਾਵ ਕਿ ਸਾਰਾ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਹੁਣ ਸਮਾਂ ਹੋਇਆ ਹੈ, ਚੱਲ ਰਹੀ ਗੁਰੂ ਘਰ ਦੀ ਮਰਜ਼ਾਦਾ ਦੇ ਅਨੁਸਾਰ ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲੱਥਾ ਦੇ ਮਹਾਵਾਕਾਂ ਅਨੁਸਾਰ ਕਥਾ ਵਿਚਾਰ ਦਾ ਸਮਾਂ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ, ਜਿਹੜੀ ਸੰਗਤ ਹੈ ਉਹ 3 ਪ੍ਰਕਾਰ ਦੀ ਹੁੰਦੀ ਹੈ। ਇੱਕ ਸੰਗਤ ਹੁੰਦੀ ਹੈ, ਇੱਕ ਕੁਸੰਗਤ ਹੁੰਦੀ ਹੈ, ਇੱਕ ਸਾਧ ਸੰਗਤ ਹੁੰਦੀ ਹੈ। ਜੇ ਕਿਸੇ ਨੂੰ ਸੰਗਤ ਦੀ ਪ੍ਰਾਪਤੀ ਹੋ ਜਾਵੇ, ਸੰਗਤ ਕੀ ਹੁੰਦੀ ਆ? ਉਸ ਵਿੱਚ ਨਾ ਕੋਈ ਪੁੰਨ ਹੁੰਦਾ ਹੈ, ਨਾ ਕੋਈ ਪਾਪ ਹੁੰਦਾ ਹੈ। ਜਿਹੜੀ ਬਰਾਬਰ ਦੀ ਚੱਲਦੀ ਹੈ, ਨਾ ਕੋਈ ਪੁੰਨ ਨਾ ਕੋਈ ਪਾਪ। ਤੇ ਕੁਸੰਗਤ ਹੁੰਦੀ ਹੈ, ਜਿਸ ਵਿੱਚ ਖੋਟੇ ਭੈੜੇ ਕਰਮ ਪਾਪ ਆਦਿਕ ਹੁੰਦੇ ਹਨ। ਸਾਧ ਸੰਗਤ ਹੁੰਦੀ ਹੈ, ਜਿੱਥੇ ਕੇਵਲ ਗੁਨਾਹ ਨੂੰ ਹੀ ਧਾਰਨ ਕੀਤਾ ਜਾਂਦਾ ਹੈ, ਪੁੰਨ ਨਹੀਂ ਕੀਤੇ ਜਾਂਦੇ ਹਨ। ਇਸ ਪ੍ਰਕਾਰ ਜਿਹੜੀ ਸਾਧ ਸੰਗਤ ਹੈ, ਜਿਹੜਾ ਆਪਣਾ ਮਨ ਹੈ ਨਾ, ਉਹ ਇੱਕ ਵੇਲ ਦੀ ਨਿਆਈ ਹੈ। ਜਿਸ ਪ੍ਰਕਾਰ ਧਰਤੀ ਉੱਪਰ ਵੇਲ ਹੁੰਦੀ ਹੈ, ਉਸ ਕੋਲ ਕੋਈ ਟੋਆ ਆ ਜਾਣਾ ਕਰੇ ਥੱਲੇ ਚੱਲ ਜਾਂਦੀ ਹੈ। ਜੇ ਉਸ ਕੋਲੇ ਪੱਧਰਾ ਥਾਂ ਆ ਗਿਆ, ਉਹ ਸਿੱਧੀ ਚਲੀ ਜਾਂਦੀ ਹੈ। ਜੇ ਉਸ ਕੋਲ ਕੋਈ ਕੰਧ ਆ ਜੇ ਤਾਂ ਕੰਧ ਉੱਪਰ ਚੜ ਜਾਂਦੀ ਹੈ। ਇਸ ਪ੍ਰਕਾਰ ਹੀ ਜੇ ਆਪਣੇ ਮਨ ਨੂੰ ਕੁਸੰਗਤ ਦੀ ਪ੍ਰਾਪਤੀ ਹੋ ਜੇ, ਜਿਸ ਪ੍ਰਕਾਰ ਜਿਹੜੀ ਵੇਲ ਹੁੰਦੀ ਹੈ ਟੋਏ ਵਿੱਚ ਚਲੀ ਜਾਂਦੀ ਆ, ਇਸ ਪ੍ਰਕਾਰ ਹੀ ਜਿਹੜਾ ਆਪਣਾ ਮਨ ਹੈ ਨਾ, ਵਿਸ਼ੇ ਵਿਕਾਰਾਂ ਰੂਪੀ ਟੋਏ ਵਿੱਚ ਚਲਿਆ ਜਾਂਦਾ ਹੈ। ਫਿਰ ਉਹ ਖੋਟੇ ਕਰਮ ਭੈੜੇ ਕਰਮ ਕਰਨ ਲੱਗ ਜਾਂਦਾ ਹੈ। ਜੇ ਆਪਣੇ ਮਨ ਨੂੰ ਸੰਗਤ ਦੀ ਪ੍ਰਾਪਤੀ ਹੋ ਜਾਵੇ, ਫਿਰ ਇਹ ਨਾ ਪੁੰਨ ਕਰਦਾ ਹੈ, ਨਾ ਪਾਪ ਕਰਦਾ ਹੈ। ਉਸ ਪ੍ਰਕਾਰ ਹੀ ਜਿਵੇਂ ਵੇਲ ਪੱਧੀ ਸਿੱਧੀ ਚਲੀ ਜਾਂਦੀ ਹੈ, ਉਸ ਕੋਲ ਪੱਧਰਾ ਥਾਂ ਜਾਣਾ ਕਰੇ। ਜੇ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਜਿਸ ਪ੍ਰਕਾਰ ਵੇਲ ਕੋਲ ਕੋਈ ਕੰਧ ਆ ਜੇ, ਉਹ ਕੰਧ ਉੱਪਰ ਚੜ ਜਾਂਦੀ ਆ। ਇਸ ਪ੍ਰਕਾਰ ਜੇ ਆਪਣੇ ਮਨ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋ ਜਾਵੇ, ਫਿਰ ਆਪਣਾ ਜਿਹੜਾ ਮਨ ਹੈ ਨਾ, ਸੰਸਾਰ ਤੋਂ ਉੱਪਰ ਉੱਠ ਜਾਂਦਾ ਹੈ, ਭਾਵ ਕਿ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਜਾਂਦਾ ਹੈ। ਫਿਰ ਇਸ ਨੂੰ ਪਤਾ ਲੱਗ ਜਾਂਦਾ ਹੈ, ਮੇਰਾ ਸੰਸਾਰ ਵਿੱਚ ਆਇਆ ਦਾ ਮਨੋਰਥ ਕੀ ਆ। ਮੇਰਾ ਇੱਥੇ ਮੈਨੂੰ ਜਿਹੜਾ ਮਨੁੱਖਾ ਜਨਮ ਹੈ, ਕਈ ਜਨਮਾਂ ਬਾਅਦ ਮਿਲਿਆ ਹੈ, ਕਈ ਜੂਨਾਂ ਵਿੱਚ ਭਟਕਣ ਤੋਂ ਬਾਅਦ ਮੈਨੂੰ ਇਹ ਜਿਹੜੀ ਮਨੁੱਖਾ ਦੇਹੀ ਹੈ ਪ੍ਰਾਪਤ ਹੋਈ ਹੈ। ਫਿਰ ਇਸ ਨੂੰ ਸੰਸਾਰ ਉੱਪਰ ਆਏ ਦਾ ਮਨੋਰਥ ਪਤਾ ਲੱਗ ਜਾਂਦਾ ਹੈ।
ਜਿਸ ਵਿੱਚ ਆਪਣਾ ਜਿਹੜਾ ਮਨ ਹੈ ਸਾਧਿਆ ਜਾਵੇ, ਉਸ ਨੂੰ ਸਾਧ ਸੰਗਤ ਕਹਿੰਦੇ ਹਨ। ਅਤੇ ਆਪ ਸਭ ਦੇ ਵੱਡੇ ਵੱਡੇ ਭਾਗ ਹਨ, ਜਿਨ੍ਹਾਂ ਦੇ ਭਾਗਾਂ ਦੇ ਕਰਕੇ ਆਪ ਜੀ ਨੂੰ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ। ਆਓ ਅੱਜ ਧੰਨ ਸਾਹਿਬ ਸ੍ਰੀ ਗੁਰੂ ਨੌਵੇਂ ਗੁਰਦੇਵ, ਨੌਵੇਂ ਨਾਨਕ, ਧੰਨ ਧੰਨ ਹਿੰਦ ਦੀ ਚਾਦਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜੋ ਕਿ ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਜਿਹੜਾ ਇੱਥੇ ਇਸ ਲੋਕ ਦੇ ਵਿੱਚ ਵੀ ਰੱਖਿਆ ਕਰੇਗਾ, ਜਿਹੜਾ ਪਰਲੋਕ ਹੈ, ਆਪਾਂ ਇੱਥੋਂ ਗਮਨ ਕਰਨਾ ਹੈ, ਆਪਾਂ ਚਲੇ ਜਾਣਾ ਹੈ। ਇੱਕ ਨਾ ਇੱਕ ਦਿਨ ਸਾਰਿਆਂ ਨੇ ਸੰਸਾਰ ਤੋਂ ਕੂਚ ਕਰ ਜਾਣਾ ਹੈ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਇਸ ਉੱਪਰ ਵੱਡੇ ਵੱਡੇ ਰਾਜੇ ਮਹਾਰਾਜੇ ਚਲੇ ਗਏ ਹਨ ਅਤੇ ਆਪਾਂ ਵੀ ਚਲੇ ਜਾਣਾ ਹੈ। ਪਰ ਜੇ ਆਪਾਂ ਨਾਮ ਜਪਿਆ ਹੋਊਗਾ, ਸਿਮਰਨ ਕੀਤਾ ਹੋਊਗਾ, ਸੇਵਾ ਕੀਤੀ ਹੋਊਗੀ, ਤਾਂ ਫਿਰ ਆਪਾਂ ਨੂੰ ਜਿਹੜੇ ਜਾਮ ਹਨ ਸਜ਼ਾਵਾਂ ਨਹੀਂ ਦੇਣਗੇ। ਫਿਰ ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇ। ਫਿਰ ਆਪਾਂ ਨੂੰ ਦਰਗਾਹ ਦੇ ਵਿੱਚ ਕੋਈ ਓਏ ਓਏ ਕਹਿ ਕੇ ਵੀ ਨਹੀਂ ਬੁਲਾਉਂਦਾ। ਫਿਰ ਸਾਰੇ ਹੀ ਆਪਾਂ ਦਰਗਾਹ ਦੇ ਵਿੱਚ ਵੀ ਲਾਭਸ ਤੋਂ ਕੂਚ ਕਰ ਗਏ, ਆਪਾਂ ਨੂੰ ਸਾਰੇ ਹੀ ਸਤਿਕਾਰ ਨਾਲ ਬੁਲਾਉਣਾ ਕਰਨਗੇ। ਇਸ ਪ੍ਰਕਾਰ ਅੱਜ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣੀ ਮਨਚਿਤ ਬਿਰਤੀ ਨੂੰ ਇਕਾਗਰ ਕਰਕੇ ਕਥਾ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਮਹਾਰਾਜ ਸਾਹਿਬ ਨੂੰ ਝੁਕਾਓ ਸੀ। ਸਾਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਸੋਰਠ ਰਾਗ ਦੇ ਵਿੱਚ ਨੌਵੇਂ ਨਾਨਕ, ਸਿੱਖਾਂ ਦੇ ਨੌਵੇਂ ਗੁਰੂ, ਹਿੰਦ ਦੀ ਚਾਦਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਮਨ ਰੇ। ਸਾਧ ਸੰਗਤ ਜੀ, ਆਪਣੇ ਮਨ ਨੂੰ ਮਹਾਰਾਜ ਸਾਹਿਬ ਨੇ ਬੜੀ ਥਾਈਂ ਸੰਬੋਧਨ ਕੀਤਾ ਹੈ। ਕਦੇ ਮਨ ਨੂੰ ਕਿਹਾ ਹੈ ਉਡਨ ਪੰਖੇਰੂ ਬਾਲਕਾ। ਜਿਹੜਾ ਆਪਣਾ ਮਨ ਹੈ, ਇਹ ਮਨ ਚੰਚਲਾ ਚਤੁਰਾਈ ਕਿਤੇ ਨਾ ਪਾਇਆ। ਮਨ ਹੀ ਨਾਲ ਸਾਥ, ਮਨ ਹੀ ਨਾਲ ਝਗੜਾ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਮਨ ਨੂੰ ਸੰਬੋਧਨ ਕਰਕੇ ਕਈ ਥਾਂ ਉਪਦੇਸ਼ ਬਖਸ਼ ਕਰਦੇ ਹਨ ਕਿ ਰੇ ਮਨ, ਕਿ ਆਪਣੇ ਮਨਾ ਪ੍ਰਭ ਕੀ ਸਰਨ ਵਿਚਾਰ ਹੋ। ਜਿਸ ਨੇ ਆਪਾਂ ਨੂੰ ਸੰਸਾਰ ਦੇ ਵਿੱਚ ਭੇਜਿਆ ਹੈ ਮਨੁੱਖਾ ਦੇਹ ਦੇ ਕਰਕੇ, ਗਰਭ ਦੇ ਵਿੱਚ ਜਿਨ੍ਹਾਂ ਨੇ ਕੱਢਿਆ ਹੈ, ਆਪਣੀ ਗਰਭ ਦੇ ਵਿੱਚ 9 ਮਹੀਨੇ ਰੱਖਿਆ ਕੀਤੀ ਹੈ, ਉਹਨਾਂ ਦੀ ਸਰਨ ਨੂੰ ਵਿਚਾਰ ਨਾ ਕਰ, ਉਹਨਾਂ ਦੀ ਸਰਨੀ ਲੱਗ ਜਾਣਾ ਕਰ। ਜੇ ਤੂੰ ਉਹਨਾਂ ਦੀ ਸਰਨੀ ਲੱਗ ਗਿਆ, ਫਿਰ ਜਿਹੜਾ ਤੇਰਾ ਨਿਸਤਾਰਾ ਹੋ ਜਾਣਾ ਕਰੇਗਾ। ਫਿਰ ਤੇਰਾ ਸੰਸਾਰ ਉੱਪਰ ਆਇਆ ਸਫਲ ਹੋ ਜਾਵੇਗਾ। ਜਿਹੜਾ ਆਪਣਾ ਮਨ ਹੈ ਨਾ ਸਾਧ ਸੰਗਤ ਜੀ, ਕਬਹੂ ਜਿਹੜਾ ਉਹ ਵਿਚੜਦਾ ਹੈ, ਕਬਹੂ ਜਾਏ ਪਿਆ ਪਿਆਲੇ। ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਲੋਭ ਕਰਦਾ ਰਹਿੰਦਾ ਹੈ, ਕਦੇ ਆਪਣਾ ਮਨ ਬੜਾ ਬ੍ਰਹਮ ਗਿਆਨ ਦੇ ਵਿੱਚ ਆ ਜਾਂਦਾ ਹੈ, ਕਦੇ ਬੜਾ ਥੱਲੇ ਚਲਾ ਜਾਂਦਾ ਹੈ, ਵਿਸ਼ੇ ਵਿਕਾਰਾਂ ਵਿੱਚ ਭੋਗਣ ਲੱਗ ਜਾਂਦਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਵੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਮਨ ਰੇ ਪ੍ਰਭ ਕੀ ਸਰਨ ਵਿਚਾਰ ਹੋ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪਾਂ ਨੂੰ ਮਨੁੱਖਾ ਦੇਹ ਦਿੱਤੀ ਹੈ, ਤਨ ਤੇ ਵਸਤਰ ਪਾਉਣ ਦਿੱਤੇ ਹਨ, ਖਾਣ ਨੂੰ ਭੋਜਨ ਦਿੱਤਾ ਹੈ, ਉਹਨਾਂ ਦੀ ਸਰਨ ਨੂੰ ਵਿਚਾਰ ਨਾ ਕਰ।
ਜਿਹ ਸਿਮਰਤ ਗਣ ਕਾਸੀ ਉਦਰੀ ਤਾਕੋ ਜਸ ਉਰ ਧਾਰੋ। ਮਹਾਰਾਜ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਹਨ, ਜਿਹ ਸਿਮਰਤ ਗਣ ਕਾਸੀ ਉਦਰੀ, ਜਿਸ ਦਾ ਸਿਮਰਨ ਕਰਕੇ, ਜਿਸ ਅਕਾਲ ਪੁਰਖ ਵਾਹਿਗੁਰੂ ਨੂੰ ਜਪ ਕਰਕੇ ਗਣਕਾ ਸੀ ਉਤਰੀ। ਗਣਕਾ ਸਾਧ ਸੰਗਤ ਦੀ ਇੱਕ ਬੜੀ ਵੱਡੀ ਪਾਪਣ ਹੋਈ ਹੈ, ਜਿਹੜੀ ਪੈਸਿਆਂ ਦੇ ਵਾਸਤੇ ਮਾਇਆ ਦੇ ਲਾਲਚ ਵਿੱਚ ਆਪਣਾ ਜਿਹੜਾ ਸਰੀਰ ਹੈ ਤਾਨੇ ਵੇਚਦੀ ਸੀ, ਉਹ ਹੋਈ ਹੈ ਗਣਕਾ। ਸਾਧ ਸੰਗਤ ਜੀ ਬੜਾ ਮੀਂਹ ਪੈ ਰਿਹਾ ਹੈ, ਜਿਹੜੀ ਗਣਕਾ ਹੈ ਆਪਣੇ ਘਰ ਦੇ ਵਿੱਚ ਹੈ, ਮੀਂਹ ਪੈ ਰਿਹਾ ਹੈ, ਕਿਧਰੋਂ ਸਾਧੂ ਆਇਆ ਜਿਸ ਦੇ ਕੱਪੜੇ ਬੜੇ ਗਿੱਲੇ ਹੋ ਚੁੱਕੇ ਸਨ ਅਤੇ ਉਸ ਕੋਲ ਇੱਕ ਤੋਤਾ ਹੈ। ਉਹ ਜਦੋਂ ਗਣਕਾ ਦੇ ਦਰਵਾਜ਼ੇ ਵਿੱਚ ਆਇਆ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਜਿਹੜਾ ਵੇਸ਼ਵਾ ਦਾ ਦਰ ਹੈ, ਇਹ ਵੇਸ਼ਵਾ ਦਾ ਘਰ ਹੈ। ਜਦੋਂ ਅੰਦਰ ਆਇਆ ਤਾਂ ਜਿਹੜੀ ਵੇਸ਼ਵਾ ਸੀ ਉਸਨੇ ਬੜਾ ਆਦਰ ਸਨਮਾਨ ਦਿੱਤਾ ਕਿ ਸਾਧੂ ਜਨ ਆਏ ਹਨ। ਉਹਨਾਂ ਨੂੰ ਸਾਧ ਸਿੰਘ ਜੀ ਉਸਨੇ ਅੱਗ ਬਾਲ ਕੇ ਦਿੱਤੀ, ਉਹਨਾਂ ਦੀ ਜਿਹੜੀ ਠੰਡ ਸੀ ਉਹ ਦੂਰ ਕੀਤੀ, ਜਿਹੜੇ ਕੱਪੜੇ ਸੀ ਉਹ ਸੁੱਕ ਗਏ। ਕੱਪੜੇ ਸੁੱਕਣ ਤੋਂ ਬਾਅਦ ਜਿਹੜਾ ਉਸਦਾ ਮਨ ਸੀ ਨਾ, ਸਾਧ ਸੰਗਤ ਜੀ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਮਹਾਰਾਜ ਸਾਹਿਬ ਦਰਸ਼ਨ ਕਰਨ ਦੇ ਨਾਲ ਜਿਹੜੇ ਜਨਮ ਮਰਨ ਦੇ ਦੁੱਖ ਹਨ ਨਾਸ਼ ਹੋ ਜਾਂਦੇ ਹਨ। ਦਰਸ਼ਨ ਪਰਸਿਆ ਗੁਰੂ ਕਾ 68 ਮੱਜਨ ਹੋਏ, ਜਿਹੜਾ ਆਪਣਾ 68 ਤੀਰਥਾਂ ਦਾ ਜਿਹੜਾ ਫਲ ਹੈ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਜਦੋਂ ਉਸਨੇ ਸਾਧੂ ਦੇ ਦਰਸ਼ਨ ਕੀਤੇ ਪੂਰਨ ਪੁਰਖ ਦੇ, ਤਾਂ ਉਸਦੇ ਮਨ ਦੇ ਵਿੱਚ ਵਿਚਾਰ ਆਈ, ਮਨ ਦੇ ਵਿੱਚ ਉਸਦੇ ਵਿੱਚ ਫੁਰਨ ਆਇਆ। ਤਾਂ ਸਾਧੂ ਨੂੰ ਆਖਣ ਲੱਗੀ, ਹੇ ਮਹਾਂਪੁਰਖੋ, ਮੈਂ ਬੜੀ ਪਾਪਨ ਹਾਂ, ਮੈਂ ਆਪਣਾ ਸਰੀਰ ਵੇਚਦੀ ਹਾਂ, ਮੈਂ ਕਦੇ ਵੀ ਕੋਈ ਚੰਗਾ ਕਰਮ ਨਹੀਂ ਕੀਤਾ, ਤਾਂ ਮੈਨੂੰ ਤੁਸੀਂ ਦੱਸਣਾ ਕਰੋ ਜਿਹੜਾ ਮੇਰਾ ਉਧਾਰ ਹੈ ਉਹ ਕਿਸ ਪ੍ਰਕਾਰ ਹੋਣਾ ਕਰੇਗਾ, ਜਿਹੜਾ ਮੇਰਾ ਨਿਸਤਾਰਾ ਹੈ ਇਸ ਭਵਜਲ ਸੰਸਾਰ ਤੋਂ ਕਿਸ ਪ੍ਰਕਾਰ ਮੈਂ ਤਰਨਾ ਕਰਾਂਗੀ। ਤਾਂ ਸਾਧੂ ਨੇ ਆਖਿਆ, ਉਹਨਾਂ ਕੋਲ ਇੱਕ ਤੋਤਾ ਸੀ। ਸਾਧ ਸੰਗਤ ਜੀ, ਸਾਧੂ ਨੇ ਇੱਕ ਤੋਤਾ ਦੇ ਦਿੱਤਾ ਉਹਨਾਂ ਨੂੰ। ਤਾਂ ਬਾਅਦ ਵਿੱਚ ਸਾਧੂ ਕਹਿੰਦੇ ਕਿ ਤੁਸੀਂ ਇਸ ਤੋਤੇ ਨੂੰ ਨਾ ਰਾਮ ਰਾਮ ਜਪਾਉਣਾ ਹੈ, ਤੁਸੀਂ ਇਸ ਨੂੰ ਰਾਮ ਰਾਮ ਜਪਾਈ ਜਾਣਾ ਹੈ। ਇਸ ਪ੍ਰਕਾਰ ਹੀ ਸਾਧ ਸੰਗਤ ਜੀ, ਸਾਧੂ ਜੀ ਉਸ ਨੂੰ ਤੋਤਾ ਦੇ ਕਰਕੇ ਚਲੇ ਗਏ। ਤਾਂ ਜਿਹੜੀ ਗਣਕਾ ਸੀ ਉਹ ਤੋਤੇ ਨੂੰ ਰਾਮ ਰਾਮ ਜਪਾਉਂਦੀ ਰਹੀ। ਤਾਂ ਜਪਾਉਣ ਤੋਂ ਬਾਅਦ ਜਦੋਂ ਉਸ ਦੀ ਉਮਰ ਵਡੇਰੀ ਹੋਈ, ਉਦੋਂ ਵੀ ਜਪਾਉਂਦੀ ਰਹੀ ਤੋਤੇ ਨੂੰ। ਤਾਂ ਸਾਧ ਸੰਗਤ ਜੀ ਇੱਕ ਦਿਨ ਜਿਹੜੀ ਬੱਤੀ ਸੀ ਉਹ ਚਲੀ ਗਈ, ਹਨੇਰਾ ਹੋ ਗਿਆ। ਤੋਤੇ ਵਿੱਚ ਪਿੰਜਰੇ ਵਿੱਚ ਤੋਤਾ ਸੀ, ਉਹ ਹਨੇਰੇ ਵਿੱਚ ਹੀ ਜਪਾਈ ਜਾਂਦੀ ਹੈ ਤਾਂ ਵੇਖਦੀ ਹੈ ਕਿ ਉਸ ਦੀ ਤੋਤੇ ਦੀ ਆਵਾਜ਼ ਨਹੀਂ ਆ ਰਹੀ। ਤਾਂ ਜਦੋਂ ਜਾ ਕਰਕੇ ਵੇਖਦੀ ਆ ਕਿ ਉਸ ਤੋਤੇ ਨੂੰ ਸੱਪ ਨੇ ਡੰਗ ਮਾਰਿਆ ਹੈ, ਜਦੋਂ ਜਾ ਕਰਕੇ ਵੇਖਦੀ ਆ ਤਾਂ ਉਹ ਸੱਪ ਨੇ ਹੀ ਗਣਕਾ ਦੇ ਮਾਰਿਆ ਡੰਗ। ਉਸ ਪ੍ਰਕਾਰ ਜਿਹੜੀ ਗਣਕਾ ਸੀ ਉਹ ਵੀ ਉਸ ਵੇਲੇ ਚੜ੍ਹਾਈ ਕਰ ਗਈ, ਭਾਵ ਕਿ ਰਾਮ ਰਾਮ ਕਹਿੰਦਿਆਂ ਵੀ ਉਸ ਦੀ ਮੌਤ ਹੋ ਗਈ। ਸਾਧ ਸੰਗਤ ਜੀ, ਇਸ ਪ੍ਰਕਾਰ ਸਾਧੂ ਜਨਾਂ ਨੇ ਉਸ ਨੂੰ ਉਪਦੇਸ਼ ਬਖਸ਼ਿਆ ਸੀ। ਆਪਾਂ ਨੂੰ ਮਹਾਰਾਜ ਸਾਹਿਬ ਕਹਿ ਰਹੇ ਹਨ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਅਪਤਿਤ ਪਵਿੱਤ ਭਏ ਰਾਮ ਕਹਿਤ ਹੀ। ਕਿ ਭਾਵੇਂ ਜਿਹੜਾ ਵੀ ਆਪਾਂ ਜਿੱਡੇ ਮਰਜ਼ੀ ਪਾਪੀ ਹੋਈਏ, ਜਿੰਨੇ ਵੀ ਆਪਾਂ ਮਰਜ਼ੀ ਔਗਣ ਕਮਾਏ ਹੋਣ, ਪਰ ਜਦੋਂ ਆਪਾਂ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆ ਗਏ ਤਨੋਂ ਮਨੋਂ, ਫਿਰ ਮਹਾਰਾਜ ਸਾਹਿਬ ਜੀ ਆਪਾਂ ਨੂੰ ਨਿਹਾਲ ਕਰ ਦਿੰਦੇ ਹਨ, ਭਾਵ ਕਿ ਜਨਮ ਮਰਨ ਦੇ ਗੇੜ ਤੋਂ ਰਹਿਤ ਕਰ ਦਿੰਦੇ ਹਨ, ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹਨ, ਕੋਈ ਸੰਸਾਰ ਦੇ ਵਿੱਚ ਕੋਈ ਗਣਕਾ ਤੋਂ ਵੱਡਾ ਤਾਂ ਕੋਈ ਪਾਪੀ ਨਹੀਂ ਹੋਣਾ ਇਸ ਦੇ ਸਮੇਂ ਵਿੱਚ। ਭਾਈ ਜਿਹੜੀ ਗਣਕਾ ਸੀ ਉਹ ਵੀ ਤਰ ਗਈ, ਜਿਸ ਦਾ ਸਿਮਰਨ ਕਰਕੇ ਗਣਕਾ ਤਰੀ ਹੈ ਨਾ,
ਉਹਨਾਂ ਦੇ ਨਾਮ ਨੂੰ ਆਪ ਜੀ ਹਿਰਦੇ ਦੇ ਵਿੱਚ ਵਸਾਉਣਾ ਕਰੋ। ਰਹਾਉ ਅਟਲ ਭਇਓ ਧਰੂ ਜਾ ਕੈ ਸਿਮਰਨ, ਆਰ ਨਿਰਭੈ ਪਦ ਪਾਇਆ। ਅਟਲ ਭਾਵ ਕੇ ਸਦਾ ਰਹਿਣ ਵਾਲੇ ਹੋਏ ਹਨ। ਧਰੂ ਜਾ ਕੇ ਸਿਮਰਨ, ਜਿਹੜੇ ਧਰੂ ਜੀ ਹੋਏ ਹਨ ਉਹ ਅਟਲ ਰਹੇ ਹਨ। ਜਾ ਕੇ ਸਿਮਰਨ, ਜਿਨ੍ਹਾਂ ਦੇ ਸਿਮਰਨ ਕਰਨ ਦੇ ਨਾਲ ਸਾਧ ਸੰਗਤ ਜੀ ਇੰਨੀਆਂ ਬਰਕਤਾਂ ਦੀ ਪ੍ਰਾਪਤੀ ਹੁੰਦੀ ਹੈ। ਭਾਵ ਕਿ ਆਪਾਂ ਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਸਾਹਿਬ ਤੋਂ ਹੀ ਆਪਾਂ ਨੂੰ ਨਾਮ ਦੀ ਦਾਤ ਮੰਗਣੀ ਚਾਹੀਦੀ ਆ, ਕਿਉਂਕਿ ਕਈ ਮਾਇਆ ਮੰਗਦੇ ਹਨ ਕਿ ਮਹਾਰਾਜ ਸਾਹਿਬ ਜੀ ਮਾਇਆ ਬਹੁਤੀ ਦੇ ਨਾ ਕਰੋ, ਪਰ ਮਹਾਰਾਜ ਸਾਹਿਬ ਜੀ ਤੋਂ ਕੋਈ ਨਾਮ ਦੀ ਦਾਤ ਨਹੀਂ ਮੰਗਦਾ। ਸਾਧ ਸੰਗਤ ਜੀ ਆਪਾਂ ਵੇਖ ਲੈਣਾ ਕਰੀਏ, ਆਪਣੀਆਂ ਕਿੰਨੀਆਂ ਪੀੜ੍ਹੀਆਂ ਮਾਇਆ ਜੋੜਦਿਆਂ ਮਾਇਆ ਮੰਗਦਿਆਂ ਲੰਘ ਗਈਆਂ ਹਨ, ਪਰ ਆਪਣੇ ਹੱਥ ਵਿੱਚ ਨਹੀਂ ਆਈ, ਨਾ ਹੀ ਜੁੜੀ ਹੈ ਤੇ ਨਾ ਹੀ ਮਿਲੀ ਹੈ। ਜੇ ਆਪਾਂ ਮਹਾਰਾਜ ਸਾਹਿਬ ਤੋਂ ਨਾਮ ਮੰਗ ਲੈਣਾ ਕਰੀਏ, ਮਹਾਰਾਜ ਸਾਹਿਬ ਦੀ ਮਾਇਆ ਮੰਗ ਲੈਣਾ ਕਰੀਏ, ਇੱਕ ਸਾਧ ਸੰਗਤ ਜੀ ਮਾਇਆ ਹੁੰਦੀ ਹੈ, ਇੱਕ ਮਾਇਆ ਹੁੰਦੀ ਆ। ਮਾਇਆ ਹੁੰਦੀ ਮਹਾਰਾਜ ਸਾਹਿਬ ਦੀ ਕਿਰਪਾ, ਤੇ ਮਾਇਆ ਹੁੰਦਾ ਹੀ ਹੈ ਧਨ ਦੌਲਤ, ਇਸ ਨੂੰ ਮਾਇਆ ਕਹਿ ਦਿੰਦੇ ਹਨ। ਜਿਹੜੀਆਂ ਆਪਣੀਆਂ ਕਈ ਪੀੜ੍ਹੀਆਂ ਚਲੀਆਂ ਗਈਆਂ ਹਨ ਮਾਇਆ ਨੂੰ ਮੰਗਦਿਆਂ, ਪਰ ਜੇ ਆਪਾਂ ਮਹਾਰਾਜ ਸਾਹਿਬ ਦੀ ਮਾਇਆ ਮੰਗ ਲੈਣਾ ਕਰੀਏ, ਕਿਰਪਾ ਮੰਗ ਲੈਣਾ ਕਰੀਏ, ਮਹਾਰਾਜ ਸਾਹਿਬ ਦਾ ਨਾਮ ਮੰਗ ਲੈਣਾ ਕਰੀਏ, ਫਿਰ ਆਪਾਂ ਨੂੰ ਸਾਰਾ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ। ਭਾਵ ਕਿ ਕੋਈ ਵੀ ਵਸਤੂ ਆਪਣੇ ਤੋਂ ਓਹਲੇ ਨਹੀਂ ਰਹਿੰਦੀ। ਭਾਵ ਕਿ ਆਪਾਂ ਨੂੰ ਸਾਰੀਆਂ ਵਸਤੂਆਂ, ਐਸ਼ਵਰਜ, ਸਾਰਾ ਕੁਝ ਹੀ ਆਪਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਸ਼ਰਤ ਕੀ ਹੈ? ਮਹਾਰਾਜ ਸਾਹਿਬ ਜੀ ਪਾਸ ਤਨੋਂ ਮਨੋਂ ਆਉਣਾ ਪੈਂਦਾ ਹੈ, ਸ਼ਰਧਾ ਧਾਰਨ ਕਰਨੀ ਪੈਂਦੀ ਹੈ। ਇਸ ਪ੍ਰਕਾਰ ਜਦੋਂ ਆਪਾਂ ਸ਼ਰਧਾ ਨੂੰ ਧਾਰਨ ਕਰਾਂਗੇ, ਮਹਾਰਾਜ ਸਾਹਿਬ ਤੋਂ ਮਹਾਰਾਜ ਸਾਹਿਬ ਦੀ ਕਿਰਪਾ ਮੰਗਾਂਗੇ, ਮਹਾਰਾਜ ਸਾਹਿਬ ਤੋਂ ਸਿਮਰਨ ਦੀ ਦਾਤ ਮੰਗਣਾ ਕਰਾਂਗੇ। ਜਦੋਂ ਸਿਮਰਨ ਦੀ ਦਾਤ ਮੰਗੀ, ਜਿਸ ਪ੍ਰਕਾਰ ਧਰੂ ਜੀ ਦੀ ਅਟਲ ਪਦਵੀ ਮਿਲ ਗਈ ਉਹਨਾਂ ਨੂੰ, ਅਤੇ ਨਿਰਭੈ ਪਦ ਪਾਇਆ, ਜਿਹੜਾ ਆਪਾਂ ਨੂੰ ਨਿਰਭੈ ਦੀ ਪ੍ਰਾਪਤੀ ਹੋ ਜਾਣਾ ਕਰੇਗੀ। ਨਿਰਭੈ ਹੁੰਦਾ ਕਿਸੇ ਦਾ ਵੀ ਡਰ ਨਹੀਂ ਰਹਿਣਾ, ਕਿਸੇ ਦਾ ਵੀ ਖੌਫ ਨਹੀਂ, ਕਿਸੇ ਦਾ ਵੀ ਭੈ ਨਹੀਂ। ਇਸ ਪ੍ਰਕਾਰ ਜੋ ਸਾਧ ਸੰਗਤ ਜੀ ਆਪਾਂ ਸਿਮਰਨ ਦੀ ਦਾਤ ਮੰਗਾਂਗੇ, ਸਿਮਰਨ ਕਰਨ ਲੱਗ ਜਾਵਾਂਗੇ, ਸਿਮਰਨ ਦੇ ਵਿੱਚ ਜੁੜ ਜਾਵਾਂਗੇ, ਤਾਂ ਆਪਾਂ ਨੂੰ ਜਿਹੜੀ ਨਿਰਭੈ ਦੀ ਪਦਵੀ ਹੈ ਨਾ, ਉਹ ਪ੍ਰਾਪਤ ਹੋ ਜਾਣਾ ਕਰੇਗੀ। ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਨੂੰ ਜਪਣ ਦੇ ਕਾਰਨ ਜਿਹੜੇ ਆਪਣੇ ਸਾਰੇ ਜਿਹੜੇ ਭੈ ਹਨ, ਆਪਾਂ ਨੂੰ ਡਰ ਹੈ, ਸਾਰੇ ਕਾਰਜ ਦਾ ਹੀ ਨਾਸ਼ ਹੋ ਜਾਣਾ ਕਰੇਗਾ। ਅਤੇ ਪਦ ਪਾਇਆ, ਫਿਰ ਆਪਾਂ ਨੂੰ ਦਰਗਾਹ ਦੇ ਵਿੱਚ ਜਿਹੜੀ ਪਦਵੀ ਉਹ ਪ੍ਰਾਪਤ ਹੋ ਜਾਣਾ ਕਰੇਗੀ। ਦੁਖ ਹਰਤਾ ਇਹ ਬਿਦ ਕੋ ਸੁਆਮੀ, ਤੈ ਕਾਹੇ ਬਿਸਰਾਇਆ। ਇਸ ਪ੍ਰਕਾਰ ਇਸ ਵਿਧੀ ਦੇ ਨਾਲ ਮਹਾਰਾਜ ਸਾਹਿਬ ਜੀ ਦੁੱਖਾਂ ਨੂੰ ਨਾਸ਼ ਕਰਦੇ ਹਨ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦੁੱਖਾਂ ਨੂੰ ਨਾਸ਼ ਕਰਦੇ ਹਨ। ਤੈ ਕਾਹੇ ਬਿਸਰਾਇਆ, ਆਪਣੇ ਮਨ ਨੂੰ ਸਮਝਾਉਣਾ ਕਰੋ, ਹੇ ਮਨਾ ਤੂੰ ਕਿਉਂ ਉਸ ਪਰਮੇਸ਼ਰ ਨੂੰ ਵਿਸਾਰਨਾ ਕੀਤਾ ਹੈ? ਤੂੰ ਕਿਉਂ ਨਹੀਂ ਉਸ ਦਾ ਨਾਮ ਜਪਦਾ, ਜਿਸ ਨੇ ਤੈਨੂੰ ਸੁੰਦਰ ਦੇਹ ਦਿੱਤੀ ਹੈ, ਸੁੰਦਰ ਰੂਪ ਦਿੱਤਾ ਹੈ, ਚੰਗੇ ਅੰਗ ਪ੍ਰਤੰਗ ਦਿੱਤੇ ਹਨ। ਤੂੰ ਕਿਉਂ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਿਉਂ ਨਹੀਂ ਕਰਦਾ? ਸ਼ੁਕਰਾਨਾ ਕੀ? ਉਸ ਦੀ ਬੰਦਗੀ ਕਰਨੀ, ਉਸ ਦਾ ਜਸ ਗਾਇਨ ਕਰਨਾ ਕਰ, ਉਸ ਦੀ ਵਡਿਆਈ ਕਰਨਾ ਕਰ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਵਾਰ-ਵਾਰ ਦ੍ਰਿਸ਼ਟਾਂਤ ਦੇ ਕਰਕੇ ਸਮਝਾ ਰਹੇ ਹਨ। ਕਦੇ ਮਹਾਰਾਜ ਸਾਹਿਬ ਜੀ ਨੇ ਗਣਕਾ ਦਾ ਦ੍ਰਿਸ਼ਟਾਂਤ ਦਿੱਤਾ ਹੈ ਅਤੇ ਕਦੇ ਧਰੂ ਜੀ ਦਾ ਦ੍ਰਿਸ਼ਟਾਂਤ ਦਿੱਤਾ ਹੈ। ਮਹਾਰਾਜ ਸਾਹਿਬ ਕਹਿੰਦੇ ਹਨ, ਇਸ ਤਰੀਕੇ ਦੇ ਨਾਲ ਜੇ ਕੋਈ ਪਰਮੇਸ਼ਰ ਦਾ ਨਾਮ ਜਪਣਾ ਕਰੇਗਾ, ਸਾਧ ਸੰਗਤ ਜੀ
ਭਗਤ ਸਾਹਿਬ ਬਚਨ ਕਰਦੇ ਹਨ, ਕਬੀਰ ਏਕ ਘਰੀ ਆਧੀ ਘਰੀ, ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਕਿ ਭਾਈ ਅੱਧੀ ਤੋਂ ਵੀ ਅੱਧੀ ਘੜੀ ਜਪ ਲੈਣਾ ਕਰ। ਜਿਸ ਨੇ ਵੀ ਜਪਿਆ ਹੈ ਅੱਧੀ ਤੋਂ ਵੀ ਅੱਧੀ ਘੜੀ, ਉਸ ਨੂੰ ਲਾਭ ਹੀ ਲਾਭ ਹੈ। ਸਾਧ ਸੰਗਤ ਜੀ, ਉਸ ਦਾ ਕੋਈ ਵੀ ਨੁਕਸਾਨ ਨਹੀਂ ਹੈ, ਭਾਵ ਕਿ ਫਾਇਦਾ ਹੀ ਫਾਇਦਾ ਹੈ। ਭਾਵੇਂ ਕੋਈ ਇੱਕ ਘੜੀ ਜਪਦਾ, ਅੱਧੀ ਜਪ ਲੈਣਾ ਕਰ, ਅੱਧੀ ਤੋਂ ਵੀ ਅੱਧੀ ਜਪ ਲੈਣਾ ਕਰ, ਉਸ ਦੇ ਵਿੱਚ ਆਪਣਾ ਹੀ ਫਾਇਦਾ ਹੈ, ਆਪਣਾ ਹੀ ਸੁਧਾਰ ਹੋਣਾ ਹੈ। ਇਸ ਪ੍ਰਕਾਰ ਆਪਾਂ ਆਪਣੇ ਮਨ ਨੂੰ ਸਮਝਾਉਣਾ ਕਰੀਏ ਕਿ ਹੇ ਮਨਾ, ਤੂੰ ਸਮਝ ਜਾਣਾ ਕਰ। ਜਦੋਂ ਇਸ ਮਨ ਦਾ ਜਿਹੜਾ ਭਰਮ ਹੈ ਟੁੱਟ ਗਿਆ ਨਾ, ਆਪਾਂ ਨੂੰ ਸਾਧ ਸੰਗਤ ਜੀ ਭਰਮ ਪਿਆ ਹੋਇਆ ਹੈ ਕਿ ਸੰਸਾਰ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਪਰ ਨਹੀਂ ਸਾਧ ਸੰਗਤ ਜੀ, ਇਹ ਸੰਸਾਰ ਮਿਥਿਆ ਹੀ ਹੈ, ਝੂਠਾ ਹੀ ਹੈ। ਇਸ ਨੇ ਸਥਿਰ ਨਹੀਂ ਰਹਿਣਾ, ਸਦਾ ਨਹੀਂ ਰਹਿਣਾ। ਇਸ ਪ੍ਰਕਾਰ ਜੋ ਸਾਧ ਸੰਗਤ ਜੀ, ਜੋ ਆਪਾਂ ਆਪਣੇ ਮਨ ਨੂੰ ਸੰਬੋਧਨ ਕਰਦੇ ਰਹੇ, ਆਪਣੇ ਮਨ ਦਾ ਸੁਭਾਅ ਨੇਕੀ ਬਣਾ ਲਿਆ, ਪਰਉਪਕਾਰ ਵਾਲਾ ਸੁਭਾਅ ਬਣਾ ਲਿਆ ਜਦੋਂ ਆਪਣਾ, ਤਾਂ ਮਹਾਰਾਜ ਸਾਹਿਬ ਜੀ ਆਪਾਂ ਨਿਰਭੈ ਪਦਵੀ ਦੀ ਦਾਤ ਬਖਸ਼ ਦੇਣਗੇ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਦਾ ਨਾਮ ਜਪਣਾ ਕਰੋ। ਇੱਕ ਸਾਧ ਸੰਗਤ ਜੀ, ਇੱਕ ਬੜੀ ਪ੍ਰੇਮ ਵਾਲੀ ਸਾਖੀ ਆਉਂਦੀ ਹੈ। ਇੱਕ ਮਹਾਤਮਾ ਜਨ, ਸਾਧੂ ਜਨ ਹੁੰਦੇ ਹਨ ਅਤੇ ਉਹਨਾਂ ਨਾਲ ਇੱਕ ਸੇਵਕ ਹੁੰਦਾ ਹੈ। ਉਹ ਇਸ਼ਨਾਨ ਕਰਨ ਵਾਸਤੇ ਨਦੀ ਕਿਨਾਰੇ ਜਾਂਦੇ ਹਨ। ਨਦੀ ਕਿਨਾਰੇ ਜਾਂਦੇ ਹਨ ਤੇ ਮਹਾਤਮਾ ਜੀ, ਸਾਧੂ ਜਨ ਇਸ਼ਨਾਨ ਕਰਨ ਲੱਗ ਜਾਂਦੇ ਹਨ। ਜਿਹੜਾ ਸੇਵਕ ਹੈ ਉਹ ਬਾਹਰ ਖੜਾ ਰਹਿੰਦਾ ਹੈ। ਤੇ ਸਾਧੂ ਜਨ ਜੀ ਵੇਖਦੇ ਹਨ ਇੱਕ ਜਿਹੜਾ ਬਿੱਛੂ ਹੈ ਰੁੜਿਆ ਜਾ ਰਿਹਾ ਹੈ। ਜਿਹੜੇ ਮਹਾਤਮਾ ਹਨ ਉਹ ਬਿੱਛੂ ਨੂੰ ਫੜ ਕਰਕੇ ਬਾਹਰ ਕੱਢਦੇ ਹਨ ਅਤੇ ਬਿੱਛੂ ਦਾ ਸੁਭਾਅ ਹੈ ਉਸ ਨੇ ਡੰਗ ਮਾਰਨਾ ਹੈ। ਤਾਂ ਸਾਧ ਸੰਗਤ ਜੀ, ਮਹਾਤਮਾ ਦੇ ਡੰਗ ਮਾਰਦਾ ਹੈ ਤਾਂ ਫਿਰ ਮਹਾਤਮਾ ਜੀ ਚੱਕਦੇ ਹਨ, ਫਿਰ ਉਸ ਨੂੰ ਪਾਣੀ ਦੀ ਚੂਲੀ ਭਰ ਕੇ ਬਾਹਰ ਕੱਢਦੇ ਹਨ। ਫਿਰ ਉਹਨਾਂ ਨੇ ਡੰਗ ਮਾਰਦਾ ਹੈ। ਉਹ ਤੀਜੀ ਵਾਰ ਕੱਢਣ ਲੱਗੇ ਤਾਂ ਜਿਹੜਾ ਸੇਵਕ ਸੀ ਉਹ ਬੋਲ ਪਿਆ, ਕਹਿੰਦਾ ਮਹਾਰਾਜ ਰਹਿਣ ਦਿਓ, ਮਰਨ ਤੋਂ ਪਰੇ ਇਸ ਨੂੰ, ਇਹ ਤੁਹਾਡੇ ਡੰਗ ਮਾਰਦਾ ਹੈ। ਤਾਂ ਫਿਰ ਮਹਾਤਮਾ ਜੀ ਕਹਿੰਦੇ, ਵੇਖ ਲਾ ਸੇਵਕ, ਇਸ ਨੂੰ ਪਤਾ ਹੈ ਕਿ ਮੈਂ ਹੁਣ ਮਰ ਜਾਣਾ ਹੈ, ਮੈਂ ਰੁੜ ਚੱਲਿਆ ਹੈ, ਮੈਂ ਹੁਣ ਮਰ ਜਾਣਾ ਹੈ। ਤਾਂ ਜਿਹੜਾ ਆਪਣਾ ਸੁਭਾਅ ਹੈ ਨਾ ਉਹ ਛੱਡ ਨਹੀਂ ਰਿਹਾ। ਤਾਂ ਮਹਾਤਮਾ ਜੀ ਸੇਵਕ ਨੂੰ ਕਹਿੰਦੇ ਕਿ ਜਦੋਂ ਇਹ ਆਪਣਾ ਸੁਭਾਅ ਨਹੀਂ ਛੱਡ ਰਿਹਾ, ਜਿਹੜੀ ਆਪਦੀ ਆਦਤ ਹੈ ਉਹ ਨਹੀਂ ਛੱਡ ਰਿਹਾ, ਤਾਂ ਮਹਾਤਮਾ ਜੀ ਕਹਿੰਦੇ ਭਾਈ ਜਿਹੜੀ ਮੇਰੀ ਆਦਤ ਹੈ ਪਰਉਪਕਾਰ ਕਰਨ ਵਾਲੀ ਸਾਰੇ ਜੀਵਾਂ ਤੇ, ਉਹ ਮੈਂ ਕਿਸ ਪ੍ਰਕਾਰ ਛੱਡ ਦੇ ਨਾ ਕਰਾਂ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਾਖੀ ਆਉਂਦੀ ਹੈ। ਇਹ ਬੜੀ ਪ੍ਰੇਮ ਵਾਲੀ ਸਾਖੀ ਆਪਣੇ ਮਨ ਨੂੰ ਸਮਝਾਉਣ ਦੀ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਕਰੋ, ਚੇਤੇ ਕਰਨਾ ਕਰੋ, ਜਿਸ ਨੇ ਗਣਕਾ ਵਰਗੇ ਵੀ ਪਾਪਨਾਂ ਤਾਰ ਦਿੱਤੀਆਂ ਹਨ। ਧਰੂਵ ਪ੍ਰਹਿਲਾਦ ਵਰਗਿਆਂ ਨੂੰ ਵੀ ਜਿਹੜੀ ਪਦਵੀ ਹੈ, ਅਟੱਲ ਪਦਵੀ, ਉਹ ਪ੍ਰਾਪਤ ਹੋਈ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਸਾਰੇ ਹੀ ਦੁੱਖਾਂ ਨੂੰ, ਕਸ਼ਟਾਂ ਨੂੰ, ਵਿਘਨਾਂ ਨੂੰ ਕੱਟਣ ਵਾਲੇ ਹਨ। ਜਪ ਹੀ ਸਰਨ ਗਹੀ ਕਿਰਪਾ ਨਿਧ, ਗਾਜ ਗਰਾਹ ਤੇ ਛੂਟਾ। ਜਦੋਂ ਸਰਨ ਗਹੀ ਕਿਰਪਾ ਨਿਧ, ਜਦੋਂ ਸਰਨ ਫੜ ਲਈ ਨਾ ਆਪਾਂ ਕਿਰਪਾ ਨਿਧ ਦੀ, ਜਿਹੜੀ ਕਿਰਪਾ ਕਰਨ ਵਾਲੇ ਹਨ। ਜਿਹੜਾ ਸਾਧ ਸੰਗਤ ਜੀ ਹਾਥੀ ਸੀ ਨਾ, ਉਹ ਵੀ ਛੁੱਟ ਗਿਆ ਸੀ। ਸਾਧ ਸੰਗਤ ਜੀ ਇੱਕ ਗੰਗਾ ਵੱਲ ਇੱਕ ਮੁਨੀ ਰਹਿੰਦਾ ਸੀ। ਉਸਨੇ ਆਪਣੀ ਝੌਂਪੜੀ ਦੇ ਬਾਹਰ ਇੱਕ ਬਗੀਚੀ ਲਾਈ ਸੀਗੀ, ਫੁੱਲ ਲਾਏ ਸਨ ਉਸਨੇ। ਤਾਂ ਸਾਧ ਸੰਗਤ ਜੀ ਸਮੇਂ ਦਾ ਰਾਜਾ ਆਇਆ ਹਾਥੀ ਉੱਪਰ ਚੜ੍ਹ ਕਰਕੇ, ਤਾਂ ਉਸਨੇ ਹਾਥੀ ਬਗੀਚੀ ਵਿੱਚ ਵਾੜ ਦਿੱਤਾ, ਸਾਰੇ ਫੁੱਲ ਖੇਡ ਦਿੱਤੇ, ਸਾਰੀਆਂ ਵੇਲਾਂ ਦਾ ਨਾਸ਼ ਕਰ ਦਿੱਤਾ।
ਤਾਂ ਜਦੋਂ ਸਾਧੂ ਬਾਹਰ ਆਏ, ਮੁਨੀ ਬਾਹਰ ਆਏ, ਤਾਂ ਉਹਨਾਂ ਨੇ ਆ ਕਰਕੇ ਵੇਖਿਆ ਕਿ ਜਿਹੜਾ ਰਾਜਾ ਹੈ ਆਪਣੇ ਅਭਿਮਾਨ ਦੇ ਵਿੱਚ ਹੈ, ਆਪਣੇ ਹੰਕਾਰ ਦੇ ਵਿੱਚ ਹੈ। ਇਸ ਨੂੰ ਹੰਕਾਰ ਹੋ ਗਿਆ ਹੈ ਕਿ ਮੈਂ ਸਮੇਂ ਦਾ ਰਾਜਾ ਹਾਂ, ਮੇਰੇ ਕੋਲ ਧਨ ਸੰਪਤੀ ਜ਼ਿਆਦੇ ਹੈ, ਮੈਂ ਸਾਰੀ ਇਸ ਧਰਤੀ ਦਾ ਮਾਲਕ ਹਾਂ। ਤਾਂ ਇਸ ਨੂੰ ਸਾਧ ਸੰਗਤ ਜੀ ਅਭਿਮਾਨ ਹੰਕਾਰ ਹੋ ਗਿਆ। ਤਾਂ ਸਾਧੂ ਜੀ ਬਾਹਰ ਆਏ, ਜਦੋਂ ਉਹਨਾਂ ਨੇ ਆ ਕਰਕੇ ਵੇਖਿਆ ਕਿ ਜਿਹੜੀ ਮੇਰੀ ਬਗੀਚੀ ਹੈ ਫੁੱਲਾਂ ਵਾਲੀ, ਉਹ ਸਾਰੀ ਇਸ ਨੇ ਵਿਗਾੜ ਦਿੱਤੀ ਹੈ, ਸਾਰੀਆਂ ਵੇਲਾਂ ਖੇਡ ਦਿੱਤੀਆਂ ਹਨ। ਤਾਂ ਉਸ ਵੇਲੇ ਸਾਧ ਸੰਗਤ ਜੀ ਮੁਨੀ ਜੀ ਨੂੰ ਬੜਾ ਗੁੱਸਾ ਆਇਆ। ਉਹਨਾਂ ਨੇ ਸ਼ਰਾਪ ਦੇ ਦਿੱਤਾ ਕਿ ਜਾਂ ਤੂੰ ਵੀ ਹੁਣ ਹਾਥੀ ਦੀ ਜੂਨ ਪ੍ਰਾਪਤ ਕਰੇਗਾ, ਕਿਉਂ ਤੂੰ ਵੀ ਹੁਣ ਹਾਥੀ ਹੀ ਬਣਨਾ ਕਰੇਗਾ। ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਸ਼ਰਾਪ ਦੇ ਦਿੱਤਾ। ਜਿਹੜਾ ਉਸ ਰਾਜੇ ਦਾ ਛੋਟਾ ਭਰਾ ਸੀ ਉਹ ਫਿਰ ਮੁਨੀ ਕੋਲੇ ਆਇਆ। ਤਾਂ ਮੁਨੀ ਜੀ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ। ਤਾਂ ਜਦੋਂ ਉਹਨਾਂ ਨੇ ਇੱਕ ਡੁਬਕੀ ਮਾਰੀ, ਬਾਹਰ ਨਿਕਲੇ ਤਾਂ ਉਸ ਦਾ ਛੋਟਾ ਭਰਾ ਖੜਾ ਸੀ। ਤਾਂ ਮੁਨੀ ਜੀ ਕਹਿੰਦੇ ਗ੍ਰਾਹਗੀਰ, ਗ੍ਰਾਹਗੀਰ। ਤਾਂ ਉਹਨਾਂ ਦਾ ਰਾਜੇ ਦਾ ਛੋਟਾ ਭਰਾ ਕਹਿੰਦਾ ਮੈਂ ਗ੍ਰਾਹਗੀਰ ਨਹੀਂ ਹਾਂ, ਮੈਂ ਛੋਟਾ ਭਰਾ ਹਾਂ ਰਾਜੇ ਦਾ, ਜਿਨ੍ਹਾਂ ਨੂੰ ਆਪ ਜੀ ਨੇ ਸ਼ਰਾਪ ਦਿੱਤਾ ਸੀ, ਜਿਨ੍ਹਾਂ ਨੂੰ ਆਪ ਜੀ ਨੇ ਸ਼ਰਾਪ ਦਿੱਤਾ ਸੀ ਕਿ ਤੂੰ ਹਾਥੀ ਬਣ ਜਾਣਾ ਕਰ, ਮੈਂ ਉਹਨਾਂ ਦਾ ਛੋਟਾ ਭਰਾ ਹਾਂ। ਤਾਂ ਸਾਧ ਮਹਾਤਮਾ ਜੀ ਕਹਿੰਦੇ, ਰਿਖੀ ਕਹਿੰਦਾ ਕਿ ਜਾ ਹੁਣ ਤੂੰ ਤੰਦੂਆ ਬਣ ਜਾਣਾ ਕਰ, ਜਾਂ ਤੂੰ ਵੀ ਤੰਦੂਏ ਬਣਾ ਕਰੇਗਾ। ਤੰਦੂਆ ਸਾਧ ਸੰਗਤ ਜੀ ਆਖਦੇ ਹਨ ਕਿ ਮਗਰ ਵਸ਼ ਵਾਂਗ ਹੁੰਦਾ ਹੈ, ਜਲ ਜੀਵ ਹੁੰਦਾ ਹੈ, ਜਲ ਦੇ ਵਿੱਚ ਹੀ ਰਹਿੰਦਾ ਹੈ। ਮਗਰ ਵਸ਼ ਵਾਂਗ ਆਖਦੇ ਹਨ ਕਿ ਉਸ ਪ੍ਰਕਾਰ ਹੁੰਦਾ ਹੈ। ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਉਸਦੇ ਵੱਡੇ ਭਰਾ ਨੂੰ ਹਾਥੀ ਦਾ ਮਿਲ ਗਿਆ ਸ਼ਰਾਪ, ਤਾਂ ਉਸ ਨੂੰ ਤੰਦੂਏ ਦਾ ਜਿਹੜਾ ਸ਼ਰਾਪ ਸੀ ਉਹ ਮਿਲ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਘਰ ਆਉਣਾ ਕੀਤਾ, ਉਹ ਘਰੇ ਆਇਆ। ਇਸ ਪਰ ਪਤਾ ਲੱਗਾ ਕਿ ਇਸ ਨੂੰ ਵੀ ਸ਼ਰਾਪ ਮਿਲ ਗਿਆ ਹੈ, ਇਸ ਨੇ ਤੰਦੂਆ ਬਣ ਜਾਣਾ ਹੈ। ਤਾਂ ਸਾਧ ਸੰਗਤ ਜੀ ਉਹ ਦੋਨੇ ਹੀ ਪੁੱਤਰ ਗੰਧਰਵ ਰਿਖੀ ਦੇ ਪੁੱਤਰ ਸਨ। ਜਦੋਂ ਉਹਨਾਂ ਦਾ ਪਿਤਾ ਚੜ੍ਹਾਈ ਕਰ ਗਿਆ, ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਆਪਣਾ ਸਾਜੋ ਸਮਾਨ ਸੀ ਵੱਖਰਾ ਕਰ ਲਿਆ, ਵੱਖਰੇ ਹੋ ਗਏ। ਇਸ ਪ੍ਰਕਾਰ ਆਪਸ ਦੇ ਵਿੱਚ ਲੜਦੇ ਹਨ ਵੀ ਤੂੰ ਹੁਣ ਹਾਥੀ ਬਣਨਾ ਕਰੇਗਾ, ਰਿਖੀ ਨੇ ਸ਼ਰਾਪ ਦਿੱਤਾ ਸੀ, ਤੇ ਤੂੰ ਹੁਣ ਤੰਦੂਆ ਬਣਨਾ ਕਰੇਗਾ, ਇਹ ਜਿਹੜਾ ਰਿਖੀ ਨੇ ਸ਼ਰਾਪ ਦਿੱਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਦੋਨੇ, ਜਿਹੜਾ ਵੱਡਾ ਭਰਾ ਸੀ ਉਹ ਹਾਥੀ ਬਣ ਗਿਆ, ਜਿਹੜਾ ਛੋਟਾ ਭਰਾ ਸੀ ਉਹ ਤੰਦੂਆ ਬਣ ਗਿਆ। ਤੰਦੂਆ ਸਾਧ ਸੰਗਤ ਜੀ ਮਗਰਵਸ਼ ਵਾਂਗ ਹੁੰਦਾ ਹੈ, ਤੇ ਉਹ ਸਾਧ ਸੰਗਤ ਜੀ ਬਣ ਗਿਆ। ਜਿਹੜਾ ਤੰਦੂਆ ਸੀ ਉਹ ਪਾਣੀ ਵਿੱਚ ਰਹਿਣ ਲੱਗਾ, ਤੇ ਇੱਕ ਜਿਹੜਾ ਹਾਥੀ ਸੀਗਾ, ਹਾਥੀ ਮਸਤੀ ਕਰਦਾ ਹੋਇਆ ਪਾਣੀ ਵਿੱਚ ਚਲਾ ਗਿਆ। ਜਿਹੜਾ ਤੰਦੂਆ ਸੀ ਮਗਰਵਸ਼ ਵਾਂਗ ਸੀਗਾ, ਆਖਦੇ ਹਨ ਉਸ ਨੂੰ ਕਿ ਮਗਰਵਸ਼ ਵਾਂਗ ਹੁੰਦਾ ਹੈ। ਤਾਂ ਸਾਧ ਸੰਗਤ ਜੀ ਹਾਥੀ ਜਦੋਂ ਪਾਣੀ ਦੇ ਵਿੱਚ ਗਿਆ ਤਾਂ ਉਸਨੇ ਸਾਧ ਸੰਗਤ ਜੀ ਤੰਦੂਏ ਨੇ ਦੰਦੀ ਭਰ ਲੈਣਾ ਕੀਤੀ, ਦੰਦਾਂ ਦੇ ਨਾਲ ਦੰਦੀ ਭਰਨ ਦੇ ਨਾਲ ਹਾਥੀ ਨੂੰ ਥੱਲੇ ਹੀ ਖਿੱਚੀ ਜਾਵੇ। ਜਦੋਂ ਹਾਥੀ ਦਾ ਕੋਈ ਵੱਸ ਨਹੀਂ ਚੱਲਿਆ, ਹੁਣ ਹਾਥੀ ਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਮਰ ਜਾਣਾ ਹੈ। ਤਾਂ ਸਾਧ ਸੰਗਤ ਜੀ ਉੱਥੇ ਕਮਲ ਦਾ ਫੁੱਲ ਸੀ ਨਾ, ਜਿਹੜਾ ਰੁੜਿਆ ਜਾ ਰਿਹਾ ਸੀ ਪਾਣੀ ਦੇ ਉੱਪਰ। ਤਾਂ ਹਾਥੀ ਨੇ ਆਪਣੀ ਸੁੰਡ ਨਾਲ ਚੁੱਕ ਕਰਕੇ ਮਨ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਹੇ ਮਹਾਰਾਜ ਸਾਹਿਬ ਜੀ, ਮੈਂ ਜਿਹੜਾ ਕਮਲ ਦਾ ਫੁੱਲ ਹੈ ਆਪ ਜੀ ਨੂੰ ਅਰਪਣ ਕਰਦਾ ਹਾਂ, ਆਪ ਜੀ ਨੂੰ ਭੇਟਾ ਕਰਦਾ ਹਾਂ, ਆਪ ਜੀ ਮੈਨੂੰ ਬਚਾ ਲੈਣਾ ਕਰੋ। ਤਾਂ ਉਸ ਵੇਲੇ ਸਾਧ ਸੰਗਤ ਜੀ ਉਸ ਹਾਥੀ ਦੀ ਜਾਨ ਮਹਾਰਾਜ ਸਾਹਿਬ ਨੇ ਬਚਾਉਣਾ ਕੀਤੀ ਸੀ, ਜੋ ਕਿ ਹੁਣ ਗੁਰਬਾਣੀ ਦੇ ਵਿੱਚ ਦਰਜ ਹੈ। ਜਬ ਹੀ ਸਰਨ ਗਹੀ ਕਿਰਪਾ ਨਿਧ, ਗੱਜ ਗਰਾਹ ਤੇ ਛੂਟਾ। ਸਾਧ ਸੰਗਤ ਜੀ ਗੱਜ ਹਾਥੀ ਨੂੰ ਕਹਿੰਦੇ ਹਨ। ਉਹ ਸਾਧ ਸੰਗਤ ਜੀ ਗਰਾਹ ਤੋਂ ਛੁੱਟ ਗਿਆ ਸੀ, ਤੰਦੂਏ ਤੋਂ ਛੁੱਟ ਗਿਆ ਸੀ। ਇਸ ਪ੍ਰਕਾਰ ਜਦੋਂ ਉਸਨੇ ਸੱਚੇ ਮਨ ਦੇ ਨਾਲ ਆਖਰੀ ਸਵਾਸ ਜੋ ਨਿਕਲਣ ਚੱਲੇ ਸਨ, ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਉਸਨੇ ਬੇਨਤੀ ਕੀਤੀ, ਤਾਂ ਸਾਧ ਸੰਗਤ ਜਿਹੜਾ ਹਾਥੀ ਸੀ ਨਾ ਉਹ ਬਚ ਗਿਆ ਸੀ। ਤਾਂ ਇਸ ਪ੍ਰਕਾਰ ਵੀ ਆਪਣੇ ਮਨ ਨੂੰ ਇਹ ਸਮਝਾਉਣਾ ਹੈ। ਮਹਾਰਾਜ ਸਾਹਿਬ ਉਦਾਹਰਨਾਂ ਦੇ ਰਹੇ ਹਨ ਵੱਡੀਆਂ ਵੱਡੀਆਂ ਕਿ ਭਾਈ ਹਾਥੀ ਵੀ ਤਰ ਗਿਆ ਸੀ, ਗਣਕਾ ਵੀ ਤਰ ਗਈ ਸੀ,
ਤੇ ਧਰੂ ਪ੍ਰਹਿਲਾਦ ਦੀ ਅਟਲ ਪਦਵੀ ਮਿਲ ਗਈ ਸੀ ਉਹਨਾਂ ਨੂੰ। ਤੇ ਆਪਣੇ ਮਨ ਨੂੰ ਵੀ ਸਮਝਾਉਣਾ ਕਰੋ ਕਿ ਜਿਹੜਾ ਆਪਣਾ ਮਨ ਹੈ ਇਹ ਵੀ ਸਿਮਰਨ ਦੇ ਵਿੱਚ ਲੱਗਣਾ ਕਰੇ, ਜਿਹੜੀ ਵੀ ਆਪਾਂ ਨੂੰ ਵੀ ਜਿਹੜੀ ਪਦਵੀ ਹੈ ਮੁਕਤੀ ਦੀ ਉਹ ਪ੍ਰਾਪਤ ਹੋ ਜਾਵੇਗੀ। ਮਹਿਮਾ ਨਾਮ ਕਹਾਂ ਲੋ ਵਰਨੋ, RAM ਕਹਿਤ ਬੰਧਨ ਤੇ ਟੂਟਾ। ਮਹਿਮਾ ਨਾਮ ਸਾਧ ਸੰਗਤ ਦੀ ਜਿਹੜੀ ਨਾਮ ਦੀ ਮਹਿਮਾ ਹੈ, ਪਰਮੇਸ਼ਰ ਦੇ ਵਾਹਿਗੁਰੂ ਦੀ ਜਿਹੜੀ ਨਾਮ ਦੀ ਮਹਿਮਾ ਹੈ ਨਾ, ਕਹਾਂ ਲੋ ਵਰਨੋ, ਕਹਿੰਦੇ ਹਨ ਕਿ ਕਿੱਥੋਂ ਤੱਕ ਵਰਣਨ ਕਰਨਾ ਕਰੀਏ ਕਿ ਜਿਹੜੀ ਨਾਮ ਦੀ ਮਹਿਮਾ ਹੈ, ਜਿਹੜੀ ਨਾਮ ਦੀ ਵਡਿਆਈ ਹੈ, ਨਾਮ ਜਪਣ ਦਾ ਜਿਹੜਾ ਫਾਇਦਾ ਹੈ, ਉਹ ਆਖਦੇ ਨੇ ਕਿੱਥੋਂ ਤੱਕ ਵਰਣਨ ਕਰਨਾ ਕਰੀਏ, ਕਿੱਥੋਂ ਤੱਕ ਕਹਿਣਾ ਕਰੀਏ ਨਾਮ ਦੀ ਵਡਿਆਈ, ਨਾਮ ਨੂੰ ਕਿੰਨਾ ਕੁ ਸਲਾਹੁਣਾ ਕਰੀਏ। ਆਖਦੇ ਹਨ RAM ਕਹਿਤ ਬੰਧਨ ਤੇ ਟੁੱਟਾ, ਜਿਹੜੇ ਸਾਧ ਸੰਗਤ ਦੀ ਜਨਮ ਮਰਨ ਦੇ ਬੰਧਨ ਹਨ, ਜਿਹੜੇ ਸੰਸਾਰ ਦੇ ਬੰਧਨ ਪਏ ਹਨ, ਆਪਾਂ ਨੂੰ ਮਾਇਆ ਦਾ, ਤ੍ਰਿਸ਼ਨਾ ਦਾ, ਲੋਭ ਵਿਕਾਰ ਆਪਾਂ ਨੂੰ ਚੁੰਬੜੇ ਹਨ, ਇਹ ਸਾਧ ਸੰਗਤ ਜੀ ਆਪਾਂ ਨੂੰ ਜਿਹੜੇ ਬੰਧਨ ਪਏ ਹਨ, ਨਾਨਕ ਔਗਣ ਜੇਤੜੇ ਤਿੱਤੇ ਗਲੀ ਜੰਜੀਰ, ਜਿਹੜੇ ਆਪਣੇ ਔਗਣ ਹਨ, ਬੰਧਨ ਪੈਂਦੇ ਹਨ ਆਪਾਂ ਨੂੰ, ਸਾਧ ਸੰਗਤ ਸਾਰੀਆਂ ਗਲੇ ਦੀਆਂ ਜੰਜੀਰਾਂ ਹੀ ਬਾਨੀਆਂ ਕਰਨਗੀਆਂ ਜਦੋਂ ਆਪਾਂ ਅੰਤ ਵੇਲੇ ਆਪਾਂ ਇਸ ਸਰੀਰ ਨੂੰ ਛੱਡ ਜਾਣਾ ਹੈ। ਤਾਂ ਆਖਦੇ ਹਨ ਕਿ ਜਿਹੜੀ ਨਾਮ ਦੀ ਮਹਿਮਾ ਬੜੀ ਵੱਡੀ ਹੈ, ਕਿੱਥੋਂ ਤੱਕ ਵਰਣਨ ਕਰਨਾ ਕਰੀਏ। RAM ਕਹਿਤ ਬੰਧਨ ਤੇ ਟੂਟਾ, ਜਿਹੜੇ ਬੰਧਨ ਪਿਆ ਸੀਗਾ ਹਾਥੀ ਨੂੰ, ਹਾਥੀ ਦੀ ਜਾਨ ਨਿਕਲ ਚੱਲੀ ਸੀ, ਪਰ ਮਹਾਰਾਜ ਸਾਹਿਬ ਜੀ ਉਹਨਾਂ ਨੇ, ਮਹਾਰਾਜ ਸਾਹਿਬ ਜੀ ਪਾਸ ਹਾਥੀ ਨੇ ਬੇਨਤੀ ਕੀਤੀ, ਕਮਲ ਫੁੱਲ ਅਰਪਣ ਕੀਤਾ, ਪਰ ਉਸ ਦੀ ਜਿਹੜੀ ਜਾਨ ਸੀ, ਜਿਹੜੇ ਬੰਧਨ ਪਏ ਸਨ ਉਸ ਦੇ ਛੁੱਟ ਗਏ ਸਾਰੇ ਹੀ। ਸਾਥ ਜਿਹੜੇ ਵੀ ਆਪਣੇ ਬੰਧਨ ਪੈਂਦੇ ਹਨ, ਕਾਰਜਾਂ ਦੇ ਵਿੱਚ ਵਿਘਨ ਪੈਂਦੇ ਹਨ, ਉਹ ਸਾਰੇ ਹੀ ਸਾਧ ਸੰਗਤ ਦੀ ਨਾਸ਼ ਹੋ ਜਾਂਦੇ ਹਨ, ਕੇਵਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ। ਹੋਰ ਸਾਧ ਸੰਗਤ ਜੀ ਕੋਈ ਵੀ ਚਾਰਾ ਨਹੀਂ ਹੈ ਜਿਸ ਨਾਲ ਜਿਹੜੇ ਆਪਣੇ ਬੰਧਨ ਹਨ, ਆਪਣੀ ਜਿਹੜੀ ਮੁਕਤੀ ਦੀ ਪ੍ਰਾਪਤੀ ਹੋ ਜਾਵੇ। ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ ਜੋ ਮੁਕਤੀ ਨੂੰ ਪ੍ਰਾਪਤ ਕਰਾਉਣ ਵਾਲਾ ਹੈ, ਜਿਹੜਾ ਮੁਕਤੀ ਦਿੰਦਾ ਹੈ। ਹੋਰ ਸਾਧ ਸੰਗਤ ਜੀ ਹੋਰ ਕਿਤੇ ਵੀ ਉਪਾਅ ਕਰਨ ਦੇ ਨਾਲ, ਕੋਈ ਵੀ ਉਪਾਅ, ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਕੋਈ ਧੂਣੀਆਂ ਧੋਗਦਾ ਸੀ, ਜਲ ਧਾਰੇ ਕਰਦਾ ਸੀ, ਖੂਹਾਂ ਦੇ ਵਿੱਚ ਪੁੱਠੇ ਲਮਕਦਾ ਸੀ, ਤਾਂ ਫਿਰ ਵੀ ਸਾਧ ਸੰਗਤ ਜੀ ਉਹਨਾਂ ਨੂੰ ਜਿਹੜੀ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਸੀ। ਇਸ ਪ੍ਰਕਾਰ ਜਿਹੜੇ ਵੀ ਆਪਣੇ ਬੰਧਨ ਹਨ, ਆਪਾਂ ਨੂੰ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਜਿਹੜੇ ਆਪਾਂ ਨੂੰ ਬੰਧਨ ਪੈਂਦੇ ਹਨ, ਵਿਘਨ ਪੈਂਦੇ ਹਨ ਕਾਰਜਾਂ ਦੇ ਵਿੱਚ, ਇਹ ਸਾਧ ਸੰਗਤ ਜੀ ਸਾਰੇ ਹੀ ਨਾਸ਼ ਹੋ ਜਾਂਦੇ ਹਨ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਅਜਾਮਲ ਸਾਧ ਸੰਗਤ ਜੀ ਇੱਕ ਰਾਜੇ ਦੇ ਪੁੱਤਰ ਹੋਏ ਹਨ, ਜਿਨ੍ਹਾਂ ਦੇ ਪਿਤਾ ਇੱਕ ਰਾਜਾ ਹੋਏ ਸਨ। ਉਹ ਸਾਧ ਸੰਗਤ ਜੀ ਜਦੋਂ ਅਜਾਮਲ ਜੀ ਵੱਡੇ ਹੋਏ, ਉਹਨਾਂ ਨੂੰ ਪੜ੍ਹਨ ਵਾਸਤੇ ਸ਼ਹਿਰ ਤੋਂ ਬਾਹਰ ਇੱਕ ਪੰਡਤ ਦੇ ਪਾਸ ਭੇਜਦੇ ਸਨ ਕਿ ਇਹ ਪੜ੍ਹ ਜਾਣਾ ਕਰੇਗਾ। ਤਾਂ ਉਸ ਦੇ ਪਿਤਾ ਕਹਿੰਦੇ ਸਨ ਕਿ ਆਪ ਜੀ ਨੇ ਪੜ੍ਹਨ ਵਾਸਤੇ ਜਾਣਾ ਹੈ, ਪਰ ਆਪ ਜੀ ਨੇ ਸ਼ਹਿਰ ਦੇ ਵਿੱਚ ਦੀ ਨਹੀਂ ਜਾਣਾ, ਸ਼ਹਿਰ ਦੇ ਵਿੱਚ ਵਾਲੀ ਗਲੀ ਵਿੱਚ ਦੀ ਨਹੀਂ ਜਾਣਾ। ਆਪ ਜੀ ਨੇ ਪੜ੍ਹਨ ਜਾਣਾ ਹੈ ਸ਼ਹਿਰ ਤੋਂ ਬਾਹਰ ਜਿਹੜੀ ਗਲੀ ਜਾਂਦੀ ਹੈ, ਸੜਕ ਜਾਂਦੀ ਹੈ, ਉਸ ਵਿੱਚ ਦੀ ਆਪ ਜੀ ਨੇ ਪੜ੍ਹ ਕੇ ਆਉਣਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਕਈ ਦਿਨ ਬੀਤੇ, ਕੁਝ ਸਮਾਂ ਬੀਤਿਆ। ਅਜਾਮਲ ਜੀ ਇਸ ਪ੍ਰਕਾਰ ਹੀ ਕਰਿਆ ਕਰਨ, ਪੜ੍ਹਨ ਜਾਇਆ ਕਰਨ, ਬਾਹਰੋਂ ਬਾਹਰ ਹੀ ਸ਼ਹਿਰ ਦੇ ਤੇ ਬਾਹਰੋਂ ਬਾਹਰ ਹੀ ਆ ਜਾਇਆ ਕਰਨ। ਸਾਧ ਸੰਗਤ ਜੀ ਇੱਕ ਦਿਨ ਕੀ ਹੋਇਆ, ਇੱਕ ਦਿਨ ਅਜਾਮਲ ਜੀ ਸ਼ਹਿਰ ਦੇ ਵਿੱਚ ਚਲੇ ਗਏ। ਜਦੋਂ ਸ਼ਹਿਰ ਦੇ ਵਿੱਚ ਗਏ ਤਾਂ ਸਾਧ ਸੰਗਤ ਜੀ ਉੱਥੇ ਇੱਕ ਵੇਸ਼ਵਾ ਦਾ ਚੁਬਾਰਾ ਸੀ, ਭਾਵ ਕਿ ਇੱਕ ਇਸਤਰੀ ਸੀ ਜੋ ਆਪਣੇ ਤਨ ਨੂੰ, ਸਰੀਰ ਨੂੰ ਵੇਚਦੀ ਸੀ। ਉੱਥੇ ਸਾਧ ਸੰਗਤ ਜੀ ਦਾ ਚੁਬਾਰਾ ਸੀ।
ਇਸ ਕਰਕੇ ਉਸਦੇ ਪਿਤਾ ਉਸ ਨੂੰ ਰੋਕਦੇ ਸਨ ਕਿ ਆਪ ਜੀ ਨੇ ਬਾਹਰੋਂ ਬਾਹਰ ਹੀ ਜਾਣਾ, ਪਰ ਉਹ ਮੰਨਿਆ ਨਹੀਂ। ਸ਼ਹਿਰ ਦੇ ਅੰਦਰ ਵੇਦੀ ਗਿਆ ਤੇ ਉਸਨੇ ਵੇਸ਼ਵਾ ਦਾ ਚੁਬਾਰਾ ਵੇਖਿਆ ਤਾਂ ਉਹ ਵੇਸ਼ਵਾ ਉੱਪਰ ਬੜਾ ਲਭਾਏਮਾਨ ਹੋ ਗਿਆ, ਤਨ ਮਨ ਹੀ ਉਸ ਨੂੰ ਦੇਣ ਤੱਕ ਜਾਂਦਾ ਸੀ। ਇਸ ਪ੍ਰਕਾਰ ਉਹ ਸਾਧ ਸੰਗਤ ਜੀ ਉਸ ਕੋਲ ਰਿਹਾ, ਭਾਵੇਂ ਕਿ ਅਜਾਮਲ ਦਾ ਵਿਆਹ ਹੋਇਆ ਵਾ ਸੀ, ਪਤਨੀ ਉਸਦੀ ਘਰੇ ਸੀ, ਪਰ ਫਿਰ ਵੀ ਉਹ ਗਨਕਾ ਦੇ ਕੋਲ ਗਿਆ, ਭਾਵ ਕਿ ਫਿਰ ਵੀ ਉਹ ਵੇਸ਼ਵਾ ਦੇ ਕੋਲ ਉਸਨੇ ਜਾਣਾ ਕੀਤਾ। ਜਦੋਂ ਵੇਸ਼ਵਾ ਦੇ ਕੋਲ ਗਿਆ ਤਾਂ ਜਿਹੜਾ ਉਸਦਾ ਪਿਤਾ ਸੀ ਉਸ ਨੂੰ ਪਤਾ ਲੱਗ ਗਿਆ ਕਿ ਸ਼ਹਿਰ ਦੇ ਅੰਦਰ ਦੀ ਜਾਂਦਾ ਤੇ ਵੇਸ਼ਵਾ ਕੋਲ ਜਾਂਦਾ ਹੈ। ਤਾਂ ਉਸਦੇ ਪਿਤਾ ਨੇ ਸਾਧ ਸੰਗਤ ਜੀ ਉਸ ਨੂੰ ਆਖਿਆ ਕਿ ਤੁਸੀਂ ਵੇਸ਼ਵਾ ਤੇ ਤੂੰ ਸ਼ਹਿਰੋਂ ਬਾਹਰ ਚਲੇ ਜਾਣਾ ਕਰੋ, ਮੈਂ ਆਪ ਜੀ ਨੂੰ ਇੱਥੋਂ ਕੱਢਦਾ ਹਾਂ, ਨਾ ਤੂੰ ਹੁਣ ਮੇਰਾ ਪੁੱਤਰ ਹੈ, ਤੂੰ ਮੇਰੀ ਗੱਲ ਨਹੀਂ ਮੰਨਣਾ ਕੀਤੀਆਂ, ਤੁਸੀਂ ਦੋਨੇ ਹੀ ਇੱਥੋਂ ਚਲੇ ਜਾਣਾ ਕਰੋ। ਤੇ ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਉਹਨਾਂ ਦੇ ਪਿਤਾ ਨੇ ਜਦੋਂ ਆਖਿਆ ਤੇ ਸਾਧ ਸੰਗਤ ਜੀ ਸ਼ਹਿਰੋਂ ਬਾਹਰ ਚਲੇ ਗਏ। ਇਹਨਾਂ ਨੇ ਇੱਕ ਜੰਗਲ ਦੇ ਵਿੱਚ ਜਾ ਕਰਕੇ ਝੌਂਪੜੀ ਜੀ ਪਾ ਲਈ, ਝੌਂਪੜੀ ਪਾਈ, ਕੁਝ ਸਮਾਂ ਰਹੇ। ਸਾਧ ਸੰਗਤ ਜੀ ਇੱਕ ਦਿਨ ਮੀਂਹ ਬੜਾ ਪੈ ਰਿਹਾ ਸੀ, ਇਸ ਦੇ ਘਰ ਵੀ ਅਜਾਮਲ ਦੇ ਘਰ ਤੇ ਵੇਸ਼ਵਾ ਦੇ ਘਰ ਜਿਹੜੇ ਇਕੱਠੇ ਸੰਬੰਧ ਬਣਾ ਚੁੱਕੇ ਸਨ, ਉਹਨਾਂ ਦੇ ਘਰ ਉਹਨਾਂ ਨੇ ਜਦੋਂ ਮੀਂਹ ਪੈਂਦਾ ਵੇਖਿਆ ਕਿ ਸਾਧੂ ਜਨ ਭੇਜ ਰਹੇ ਹਨ, ਉਹਨਾਂ ਨੇ ਸਾਧ ਸੰਗਤ ਜੀ ਅੰਦਰ ਬੁਲਾ ਲੈਣਾ ਕੀਤੇ। ਸਾਧੂ ਜਨ ਮਹਾਤਮਾ ਉਹਨਾਂ ਨੇ ਅੰਦਰ ਬੁਲਾਏ ਤਾਂ ਉਹਨਾਂ ਨੇ ਸਾਧ ਸੰਗਤ ਜੀ ਬੜੇ ਆਦਰ ਸਤਿਕਾਰ ਦੇ ਨਾਲ ਬਿਠਾਇਆ ਉਹਨਾਂ ਨੂੰ। ਤਾਂ ਸਾਧ ਸੰਗਤ ਜੀ ਉੱਧਰੋਂ ਜਿਹੜਾ ਅਜਾਮਲ ਸੀ ਉਹ ਵੀ ਜੰਗਲ ਵਿੱਚੋਂ ਆ ਗਿਆ। ਜੰਗਲ ਵਿੱਚ ਕੀ ਕਰਦਾ ਹੁੰਦਾ ਸੀ? ਉਹ ਆਪਣਾ ਪੇਟ ਭਰਨ ਵਾਸਤੇ ਅਤੇ ਆਪਣੇ ਘਰ ਦੀ ਦਾ ਪੇਟ ਭਰਨ ਵਾਸਤੇ ਜੰਗਲ ਵਿੱਚੋਂ ਜਿਹੜੇ ਪੰਛੀ ਸਨ ਉਹਨਾਂ ਦਾ ਸ਼ਿਕਾਰ ਕਰਦਾ ਸੀ ਤੇ ਉਹਨਾਂ ਨੂੰ ਰਿੰਨ ਕੇ ਖਾਂਦੇ ਸਨ। ਇਸ ਪ੍ਰਕਾਰ ਉਹ ਆਪਣੇ ਪੇਟ ਦਾ ਗੁਜ਼ਾਰਾ ਕਰਦੇ ਸਨ, ਇਸ ਪ੍ਰਕਾਰ ਉਹ ਆਪਣਾ ਪੇਟ ਭਰਦੇ ਸਨ। ਤਾਂ ਸਾਧ ਸੰਗਤ ਜੀ ਜਦੋਂ ਉੱਧਰੋਂ ਅਜਾਮਲ ਜੀ ਆਏ ਤਾਂ ਉਹਨਾਂ ਦੀ ਪਤਨੀ ਜਿਹੜੀ ਵੇਸ਼ਵਾ ਸੀਗੀ ਉਸਨੇ ਆਖਿਆ ਕਿ ਅੱਜ ਆਪਾਂ ਮਾਸ ਨਹੀਂ ਰਿੱਧਣਾ, ਅੱਜ ਆਪਣੇ ਘਰੇ ਸਾਧੂ ਜਾਨ ਮਹਾਤਮਾ ਜਾਨ ਆਏ ਹਨ। ਤਾਂ ਸਾਧ ਸਿੰਘ ਜੀ ਉਸਨੇ ਆਖਿਆ ਨਹੀਂ ਰਹਿੰਦੇ, ਠੀਕ ਹੈ ਆਪਾਂ। ਤਾਂ ਸਾਧ ਸਿੰਘ ਜਦੋਂ ਅਜਾਮਲ ਜੀ ਤੋਂ ਘਰ ਆਏ ਤਾਂ ਸਾਧ ਸੰਗਤ ਜੀ ਸਾਧੂ ਜਨਾਂ ਦੇ ਮਹਾਤਮਾ ਜਨਾਂ ਦੇ ਜਿਹੜਾ ਅਜਾਮਲ ਸੀ ਉਹ ਪੈਰੀ ਡਿੱਗ ਪਿਆ। ਪੈਰੀ ਡਿੱਗ ਕੇ ਬੇਨਤੀਆਂ ਕਰਨ ਲੱਗਾ ਬੜੀ ਨਿਮਰਤਾ ਦੇ ਸਹਿਤ ਕਿ ਮੈਂ ਬੜਾ ਪਾਪਣ ਹਾਂ ਤੇ ਮੈਂ ਬਹੁਤ ਪਾਪੀ ਹਾਂ, ਜਿਸ ਨੇ ਵੇਸ਼ਵਾ ਨਾਲ ਭੋਗ ਕੀਤਾ ਤੇ ਉਸ ਨਾਲ ਹੀ ਹੁਣ ਮੈਂ ਰਹਿਣਾ ਹਾਂ, ਤੇ ਹੁਣ ਮੈਂ ਜੰਗਲ ਦੇ ਵਿੱਚ ਪੰਛੀ ਵੀ ਮਾਰਦਾ ਸੀ, ਇਸ ਪ੍ਰਕਾਰ ਮੈਂ ਬੜਾ ਵੱਡਾ ਪਾਪੀ ਹਾਂ। ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਉਸਨੇ ਆਖਿਆ ਤਾਂ ਸਾਧੂ ਜਨਾਂ ਨੇ ਦਇਆ ਕੀਤੀ, ਇਸ ਦਾ ਉਧਾਰ ਕਰਨਾ ਸੀ। ਮਹਾਰਾਜ ਸਾਹਿਬ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਪ੍ਰਕਾਰ ਵਿਧੀ ਬਣਾਈ ਸੀ, ਤਰੀਕਾ ਬਣਾਇਆ ਸੀ ਇਸ ਦਾ ਉਧਾਰ ਕਰਨ ਵਾਸਤੇ। ਤਾਂ ਸਾਧ ਸਿੰਘ ਜੀ ਇਸ ਪ੍ਰਕਾਰ ਨੇ ਬੇਨਤੀਆਂ ਕੀਤੀਆਂ ਤਾਂ ਸਾਧੂ ਜਨ ਮਹਾਤਮਾ ਜਨ ਕਹਿਣ ਲੱਗੇ ਕਿ ਭਾਈ ਤੇਰਾ ਉਧਾਰ ਹੋ ਜਾਣਾ ਕਰੇਗਾ, ਜਿਹੜਾ ਵੀ ਆਪ ਜੀ ਦੇ ਘਰ ਔਲਾਦ ਪੈਦਾ ਹੋਣਾ ਕਰੇਗੀ, ਪੁੱਤਰ ਪੈਦਾ ਹੋਏਗਾ, ਆਪ ਜੀ ਨੇ ਉਸ ਦਾ ਨਾਮ ਨਾਰਾਇਣ ਰੱਖ ਦੇਣਾ ਹੈ। ਸਾਧ ਸਿੰਘ ਜੀ ਦੇ ਘਰੇ ਜਦੋਂ ਪੁੱਤਰ ਪੈਦਾ ਹੋਇਆ ਉਹਨਾਂ ਨੇ ਉਸ ਦਾ ਨਾਮ ਨਾਰਾਇਣ ਰੱਖਤਾ। ਸਾਧ ਸਿੰਘ ਜੀ ਉਸ ਦਾ ਨਾਰਾਇਣ ਰੱਖਤਾ। ਆਪਣੇ ਪੁੱਤਰ ਨਾਲ ਬੜਾ ਮੋਹ ਕਰਦਾ ਸੀ, ਪ੍ਰੇਮ ਕਰਦਾ ਸੀ, 24 ਘੰਟੇ ਨਾਰਾਇਣ ਨਾਰਾਇਣ ਕਹਿੰਦਾ ਰਹਿੰਦਾ ਸੀਗਾ। ਇਸ ਪ੍ਰਕਾਰ ਜਦੋਂ ਆਖਦਾ ਰਹਿੰਦਾ ਤਾਂ ਸਾਧ ਸੰਗਤ ਜੀ ਇੱਕ ਦਿਨ ਇਸ ਦੀ ਜਿਹੜੀ ਦੇਹੀ ਸੀ ਬੜੀ ਕਮਜ਼ੋਰ ਹੋ ਚੁੱਕੀ, ਬੜਾ ਬਿਰਧ ਸਰੀਰ ਹੋ ਚੁੱਕਿਆ, ਤਾਂ ਉਦੋਂ ਵੀ ਆਪਣੇ ਜਿਹੜੇ ਬੱਚੇ ਨਾਲ ਮੋਹ ਕਰਦਾ ਸੀ, ਪ੍ਰੇਮ ਕਰਦਾ ਸੀ, ਉਦੋਂ ਵੀ ਨਾਰਾਇਣ ਨਾਰਾਇਣ ਕਹਿੰਦਾ ਰਹਿੰਦਾ ਸੀ। ਤਾਂ ਸਾਧ ਸੰਗਤ ਜਦੋਂ ਆਖਰੀ ਜਦੋਂ ਸਵਾਸ ਆਏ ਨਾ ਇਸ ਦੇ, ਭਾਵ ਕਿ ਜਦੋਂ ਆਖਰੀ ਸਵਾਸ ਰਹਿ ਗਏ ਸਨ, ਭਾਵ ਜਦੋਂ ਦੂਤ ਫੜਨ ਆ ਚੁੱਕੇ ਸਨ, ਜਦੋਂ ਇਸਨੇ ਨਾਰਾਇਣ ਨਾਰਾਇਣ ਕਹਿਣਾ ਕੀਤਾ, ਕਹਿੰਦਾ ਤਾਂ ਆਪਣੇ ਪੁੱਤਰ ਨੂੰ ਸੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਨਾਰਾਇਣ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ। ਪਰ ਕਹਿੰਦਾ ਆਪਣੇ ਪੁੱਤਰ ਨੂੰ ਸੀ। ਸਾਧ ਸੰਗਤ ਜੀ ਜਿਹੜੇ ਦੂਤ ਆਏ ਸਨ ਉਸ ਨੂੰ ਲੈਣ ਜੰਮਦੇ
ਤਾਂ ਸਾਧ ਸੰਗਤ ਜਦੋਂ ਉਸਨੇ ਨਾਮ ਸੁਣਨਾ ਕੀਤਾ ਵੀ ਇਹ ਨਾਰਾਇਣ ਦਾ ਨਾਮ ਜਪ ਰਿਹਾ ਹੈ ਅੰਤ ਵੇਲੇ, ਤਾਂ ਸਾਧ ਸੰਗਤ ਜੀ ਜਿਹੜੇ ਦੋਸਤਾਂ ਨੂੰ ਛੱਡ ਕਰਕੇ ਭੱਜ ਗਏ। ਜਦੋਂ ਉਹਨਾਂ ਨੇ ਵੇਖਣਾ ਕੀਤਾ ਕਿ ਨਾਰਾਇਣ ਦਾ ਨਾਮ ਲੈ ਰਿਹਾ ਹੈ, ਪਰ ਸਾਧ ਸੰਗਤ ਜੀ ਉਸਦੇ ਪ੍ਰਾਣ ਤਾਂ ਨਿਕਲ ਗਏ, ਪਰ ਪ੍ਰਾਣ ਉਸਦੇ ਦੂਤ ਨਹੀਂ ਲੈ ਕੇ ਗਏ। ਯਮ ਲੋਕ ਨਹੀਂ ਗਿਆ, ਭਾਵ ਕਿ ਉਹ ਨਰਕਾਂ ਦੇ ਵਿੱਚ ਨਹੀਂ ਗਿਆ। ਉਹ ਸਾਧ ਸੰਗਤ ਜੀ ਉਸਨੂੰ ਸਵਰਗਾਂ ਦੀ ਪ੍ਰਾਪਤੀ ਹੋਣਾ ਕੀਤੀ, ਕਿਉਂਕਿ ਉਸਨੇ ਅੰਤ ਸਮੇਂ ਗੁਰਬਾਣੀ ਵਿੱਚ ਵੀ ਬਚਨ ਆਉਂਦੇ ਹਨ ਕਿ ਜਿਹੜਾ ਵੀ ਮਨੁੱਖ ਆਪਣੇ ਅੰਤਲੇ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰ ਲੈਣਾ ਕਰੇ, ਉਸ ਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਅਜਾਮਲ ਨੂੰ ਵੀ ਜਿਹੜੀ ਸਵਰਗਾਂ ਦੀ ਪ੍ਰਾਪਤੀ ਹੋ ਗਈ ਸੀ, ਪਰ ਉਸ ਨੂੰ ਨਹੀਂ ਸੀ ਪਤਾ ਜਿਹੜਾ ਨਾਰਾਇਣ ਨਾਮ ਹੈ ਉਹ ਮੇਰੇ ਪੁੱਤਰ ਦਾ ਨਹੀਂ, ਸਗੋਂ ਪਰਮੇਸ਼ਰ ਦਾ ਨਾਮ ਹੈ, ਜੋ ਕਿ ਸਾਧੂ ਜਨਾਂ ਨੇ ਆਖਿਆ ਸੀ ਕਿ ਤੂੰ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਦੇ, ਤੇਰਾ ਉਧਾਰ ਹੋ ਜਾਣਾ ਕਰੇਗਾ। ਇਸ ਪ੍ਰਕਾਰ ਦੇ ਸਾਧ ਸੰਗਤ ਜੀ ਅਜਾਮਲ ਪਾਪੀ ਜਗ ਜਾਣੇ, ਜਿਹੜੇ ਉਸਦੇ ਰਾਜ ਵੇਲੇ ਉਸਦੇ ਸਮੇਂ ਦੇ ਵੇਲੇ ਸਾਰੇ ਹੀ ਜਾਣਦੇ ਸਨ ਕਿ ਅਜਾਮਲ ਬੜਾ ਵੱਡਾ ਪਾਪੀ ਹੈ, ਇਹ ਵੇਸ਼ਵਾ ਦੇ ਨਾਲ ਭੋਗ ਕਰਦਾ ਹੈ, ਸਾਰਿਆਂ ਨੂੰ ਪਤਾ ਸੀ। ਨਿਮਖ ਮਾਹੇ ਨਿਸਤਾਰਾ, ਸਾਧ ਸੰਗਤ ਜੀ ਸਾਰੇ ਸੰਸਾਰ ਨੇ ਜਾਣ ਲਿਆ ਸੀ ਕਿ ਬੜਾ ਵੱਡਾ ਪਾਪੀ ਹੈ, ਤੇ ਚਿੜੀਆਂ ਭਾਵ ਕਿ ਪੰਛੀਆਂ ਨੂੰ ਵੀ ਮਾਰਦਾ ਹੈ, ਤੇ ਵੇਸ਼ਵਾ ਨਾਲ ਵੀ ਭੋਗ ਕਰਦਾ ਹੈ। ਇਸ ਪ੍ਰਕਾਰ ਜੋ ਸਾਰੇ ਕਿਤੇ ਇਸ ਪ੍ਰਕਾਰ ਦੀ ਗੱਲ ਫੈਲ ਗਈ, ਬੜਾ ਵੱਡਾ ਪਾਪੀ ਹੈ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਨਿਮਖ ਮਾਹੇ ਨਿਸਤਾਰਾ, ਜਿਹੜਾ ਸਾਧ ਸੰਗਤ ਜੀ ਉਸਨੇ ਸਾਰੀ ਉਮਰ ਹੀ ਭਾਵ ਕਿ ਖੋਟੇ ਕਰਮ ਕੀਤੇ, ਮਾੜੇ ਕਰਮ ਕੀਤੇ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ, ਉਸ ਨੂੰ ਯਾਦ ਨਹੀਂ ਕੀਤਾ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਉਸਨੇ ਅੰਤਲੇ ਸਮੇਂ ਉਸਦੇ ਭਾਗ ਜਾਗੇ, ਪੂਰਬਲੇ ਭਾਗ ਸਾਧ ਸੰਗਤ ਜੀ ਉਸਦੇ ਜਾਗੇ, ਪੂਰਬਲੇ ਕਰਮ ਜਾਗੇ ਉਸਦੇ, ਜਿਹੜੀ ਉਸ ਨੂੰ ਸੰਤ ਜਨਾਂ ਦੀ ਮਹਾਤਮਾ ਜਨਾਂ ਦੀ ਸੰਗਤ ਪ੍ਰਾਪਤ ਹੋਈ, ਤੇ ਉਹਨਾਂ ਨੇ ਉਪਦੇਸ਼ ਦਿੱਤਾ, ਤੇ ਇਸ ਨੇ ਜਿਹੜਾ ਉਪਦੇਸ਼ ਸੀ ਉਹ ਕਮਾਉਣਾ ਕੀਤਾ। ਕਮਾਉਣ ਕਰਕੇ ਇਸ ਦਾ ਜਿਹੜਾ ਉਧਾਰ ਸੀ ਨਿਮਖ ਦੇ ਵਿੱਚ, ਭਾਵ ਕਿ ਅੱਖ ਝਮਕਣ ਦੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਉਧਾਰ ਸੀ ਉਹ ਹੋ ਗਿਆ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਭੀ ਉਤਰਹਿ ਪਾਰਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਮੋਹਰ ਲਾਉਂਦੇ ਹਨ, ਨੌਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਕਿ ਭਾਈ ਚੇਤ ਚਿੰਤਾ ਮਨ, ਜਿਹੜਾ ਸਾਰੀਆਂ ਚਿੰਤਾਵਾਂ ਦਾ ਨਾਸ਼ ਕਰਨ ਵਾਲਾ ਹੈ। ਚਿੰਤਤ ਹੀ ਦਿਸੈ ਸਭ ਕੋਏ, ਚੇਤਹ ਏਕ ਤਹੀ ਸੁਖ ਹੋਏ। ਕਿ ਭਾਈ ਸਾਰਾ ਸੰਸਾਰ ਚਿੰਤਾ ਦੇ ਵਿੱਚ ਹੀ ਗਰਸਿਆ ਹੋਇਆ ਹੈ, ਚਿੰਤਾ ਦੇ ਵਿੱਚ ਹੀ ਹੈ। ਕਿਸੇ ਨੂੰ ਕੱਲ੍ਹ ਦੀ ਚਿੰਤਾ ਹੈ ਕਿ ਕੱਲ੍ਹ ਕੀ ਹੋਣਾ ਕਰੇਗਾ। ਮਨ ਮਹਿ ਚਿਤਵੋ ਚਿਤਵਨੀ, ਉੱਤਮ ਕਰੋ ਅਠਨੀਤ। ਮਹਾਰਾਜ ਸਾਹਿਬ ਕਹਿੰਦੇ ਹਨ ਕਿ ਭਾਈ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਕਿ ਭਾਈ ਚਿੰਤਾ ਨਾ ਕਰਨਾ ਕਰੋ ਕੱਲ੍ਹ ਦੀ, ਕਿ ਕੱਲ੍ਹ ਕੀ ਹੋ ਜਾਣਾ ਕਰੇਗਾ। ਜਿਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਹੁਣ ਤੱਕ ਰੱਖਿਆ ਕੀਤੀ ਹੈ ਉਹ ਅਗਾਂਹ ਵੀ ਕਰਨਾ ਕਰੇਗਾ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਮਾਂ ਦੇ ਪੇਟ ਦੇ ਵਿੱਚ ਵੀ ਰੱਖਿਆ ਕੀਤੀ ਆ, ਤਾਂ ਉਹ ਅਗਾਂਹ ਵੀ ਰੱਖਿਆ ਕਰਨਾ ਕਰੇਗਾ। ਸਾਧ ਸੰਗਤ ਜਿਹੜੇ ਆਉਂਦੇ ਚਿੰਤਾ ਨਾ, ਉਹ ਜਿਹੜੀ ਚਿੰਤਾ ਆਉਂਦੀ ਚਿਤਾ ਦੇ ਸਮਾਨ ਹੁੰਦੀ ਹੈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਚਿੰਤਾ ਨਹੀਂ ਕਰਨੀ, ਚਿਤਵਣੀ ਕਰਨੀ ਹੈ। ਚਿੰਤਤ ਹੀ ਦੀਸਾ ਸਭ ਕੋਏ, ਚਿਤ ਹੈ ਏਕ ਤਹੀ ਸੁਖ ਹੋਏ। ਸਾਰੇ ਪਾਸੇ ਜਿਹੜੇ ਚਿੰਤਾ ਦੇ ਵਿੱਚ ਗ੍ਰਸੇ ਲੋਕ ਹੀ ਨਜ਼ਰ ਆਉਂਦੇ ਹਨ। ਚਿਤ ਹੈ ਏਕ ਤਹੀ ਸੁਖ ਹੋਏ, ਜਿਹੜਾ ਚਿੰਤਾ ਤੋਂ ਰਹਿਤ ਕਰਨ ਵਾਲਾ ਹੈ, ਭਾਵ ਕਿ ਦੁੱਖਾਂ ਤੋਂ ਰਹਿਤ ਕਰਨ ਵਾਲਾ ਹੈ, ਉਹ ਅਕਾਲ ਪੁਰਖ ਵਾਹਿਗੁਰੂ। ਤਾਂ ਜਦੋਂ ਆਪਾਂ ਉਸਦੇ ਨਾਮ ਨੂੰ ਜਪ ਲਿਆ, ਉਸਦੇ ਨਾਮ ਨੂੰ ਧਿਆ ਲਿਆ, ਤਾਂ ਫਿਰ ਆਪਾਂ ਨੂੰ ਜਿਹੜੀ ਸੁੱਖ ਦੀ ਪ੍ਰਾਪਤੀ ਹੋ ਜਾਣਾ ਕਰੇਗੀ। ਜਿਹੜੀਆਂ ਆਪਾਂ ਨੂੰ ਚਿੰਤਾ ਲੱਗੀਆਂ ਹਨ ਉਹ ਸਾਰੀਆਂ ਹੀ ਨਾਸ਼ ਹੋ ਜਾਣਗੀਆਂ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਉਸ ਨੂੰ ਯਾਦ ਕਰਨਾ ਕਰੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ ਕਰੋ। ਸਾਧ ਸੰਗਤ ਜੀ ਕਈ ਆਖਦੇ ਹਨ ਕਿ
ਪਰਮੇਸ਼ਰ ਨੂੰ ਧਿਆਉਂਦੇ ਬਹੁਤ ਹਾਂ, ਯਾਦ ਬਹੁਤ ਕਰਦੇ ਹਾਂ, ਸਿਮਰਨ ਭਜਨ ਬੰਦਗੀ ਸੇਵਾ ਬੜੀ ਕਰਦੇ ਹਾਂ, ਪਰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਆਮ ਹੀ ਸਵਾਲ ਮਿਲ ਜਾਂਦਾ ਹੈ ਕਿ ਇਹ ਸੇਵਾ ਵੀ ਬੜੀ ਕਰਦਾ, ਇਸ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਸ਼ਮੀਰ ਵੱਲ ਗਏ ਹਨ। ਉੱਥੇ ਸਾਧ ਸੰਗਤ ਜੀ ਇੱਕ ਪਿੰਡ ਦੇ ਬਾਹਰੋਂ ਬਾਹਰ ਆ ਕਰਕੇ ਉਹਨਾਂ ਨੇ ਆ ਡੇਰਾ ਲਾ ਲਿਆ। ਤਾਂ ਸਾਧ ਸੰਗਤ ਜੀ ਉੱਥੇ ਪਿੰਡ ਦੇ ਵਿੱਚ ਇੱਕ ਮਨੁੱਖ ਪੁਰਸ਼ ਵੀ ਰਹਿੰਦਾ ਸੀ, ਇੱਕ ਗੁਰਮੁਖ ਪੁਰਸ਼ ਵੀ ਰਹਿੰਦਾ ਸੀ। ਦੋਨੇ ਆਪਸ ਦੇ ਵਿੱਚ ਸੱਜਣ ਸਨ, ਭਾਵ ਕਿ ਦੋਸਤ ਮਿੱਤਰ ਸਨ। ਤਾਂ ਇੱਕ ਮਿੱਤਰ ਜਾਂਦਾ ਸੀਗਾ ਸੇਵਾ ਕਰਨ, ਸਿਮਰਨ ਕਰਨ, ਗੁਰੂ ਘਰ। ਜਿਹੜਾ ਇੱਕ ਮਿੱਤਰ ਸੀ ਉਹ ਜਾਂਦਾ ਸੀ ਵੇਸ਼ਵਾ ਦੇ ਦੁਆਰੇ ਤੇ, ਵੇਸ਼ਵਾ ਦਾ ਭੋਗ ਕਰਨ ਵਾਸਤੇ, ਵੇਸ਼ਵਾ ਨੂੰ ਭੋਗਣ ਵਾਸਤੇ, ਖੋਟੇ ਕਰਮ ਕਰਨ ਵਾਸਤੇ, ਔਗਣ ਕਮਾਉਣ ਵਾਸਤੇ। ਤਾਂ ਸਾਧ ਸੰਗਤ ਜੀ, ਇਹਨਾਂ ਦੋਨਾਂ ਨੇ ਇੱਕ ਦਿਨ ਰਾਏ ਕੀਤੀ ਕਿ ਭਾਈ ਵੇਖਦੇ ਹਾਂ ਕਿ ਸੁੱਖ ਕਿਸ ਨੂੰ ਪ੍ਰਾਪਤ ਹੁੰਦਾ ਹੈ ਤੇ ਦੁੱਖ ਕਿਸ ਨੂੰ ਪ੍ਰਾਪਤ ਹੁੰਦਾ ਹੈ। ਵੇਖਦੇ ਹਾਂ ਜਿਹੜਾ ਵੇਸ਼ਵਾ ਭੋਗਦਾ ਉਸ ਨੂੰ ਦੁੱਖ ਪ੍ਰਾਪਤ ਹੁੰਦਾ, ਕਿਹੜਾ ਸੇਵਾ ਭਜਨ ਬੰਦਗੀ ਕਰਦਾ ਉਸ ਨੂੰ ਪ੍ਰਾਪਤ ਹੁੰਦਾ। ਤਾਂ ਸਾਧ ਸੰਗਤ ਨੇ ਇੱਕ ਦਿਨ ਰਾਏ ਕਰ ਲਈ। ਤਦੋਂ ਨੇ ਰਾਏ ਕਰਦੇ ਹਨ ਕਿ ਭਾਈ ਮੈਂ ਵੇਸ਼ਵਾ ਦੁਆਰੇ ਤੇ ਜਾਂਦਾ ਹਾਂ ਤੇ ਮੈਂ ਤੈਨੂੰ ਆ ਕੇ ਦੱਸਾਂਗਾ ਕਿ ਮੈਨੂੰ ਕੀ ਪ੍ਰਾਪਤ ਹੋਇਆ ਤੇ ਮੈਨੂੰ ਕੀ ਸੁੱਖ ਦੀ ਪ੍ਰਾਪਤੀ ਹੋਈ। ਤਾਂ ਸਾਧ ਸੰਗਤ ਜੀ, ਉਸ ਪ੍ਰਕਾਰ ਜਿਹੜਾ ਗੁਰਮੁਖ ਸੀ, ਜਿਹੜਾ ਗੁਰੂ ਘਰ ਜਾਂਦਾ ਸੀ, ਸੇਵਾ ਕਰਦਾ ਸੀ, ਉਸ ਨੇ ਵੀ ਆਖਿਆ ਕਿ ਭਾਈ ਮੈਂ ਵੀ ਦੱਸਣਾ ਕਰਾਂਗਾ ਕਿ ਸੁੱਖ ਕਿਸ ਨੂੰ ਪ੍ਰਾਪਤ ਹੋਇਆ। ਤਾਂ ਸਾਧ ਸੰਗਤ ਜੀ ਚਲੇ ਗਏ, ਉਹ ਸੇਵਾ ਸਿਮਰਨ ਭਜਨ ਬੰਦਗੀ ਕਰਨ ਚਲਾ ਗਿਆ ਤੇ ਉਹ ਵੇਸ਼ਵਾ ਦੁਆਰੇ ਤੇ ਚਲਾ ਗਿਆ ਵੇਸ਼ਵਾ ਨਾਲ ਭੋਗ ਕਰਨ। ਤਾਂ ਜਦੋਂ ਸਾਧ ਸੰਗਤ ਜੀ ਜਦੋਂ ਭੋਗ ਕਰਕੇ ਆਉਣ ਲੱਗਾ ਉਹ ਵਾਪਸ, ਤਾਂ ਸਾਧ ਸੰਗਤ ਜੋ ਥੱਲੇ ਧਰਤੀ ਵਿੱਚ ਪੈਰ ਵੱਜਾ, ਉਸਨੇ ਟੋਆ ਪੁੱਟ ਕੇ ਵੇਖਿਆ। ਟੋਏ ਦੇ ਵਿੱਚ ਇੱਕ ਘੜਾ ਸੀ, ਘੜੇ ਦੇ ਵਿੱਚ ਘੜਾ ਸਾਰਾ ਕੋੜਿਆਂ ਨਾਲ ਭਰਿਆ ਹੋਇਆ ਸੀ। ਕੇਵਲ ਤੇ ਕੇਵਲ ਉਸ ਦੇ ਵਿੱਚ ਇੱਕ ਮੋਹਰ ਸੀ ਸੋਨੇ ਦੀ। ਉਹ ਬੜਾ ਖੁਸ਼ ਹੋਇਆ ਕਿ ਮੈਨੂੰ ਸੋਨੇ ਦੀ ਮੋਹਰ ਮਿਲੀ ਆ। ਮੈਂ ਵੇਸ਼ਵਾ ਦੁਆਰੇ ਤੇ ਗਿਆ ਸੀ, ਔਗਣ ਕਮਾਇਆ, ਮੈਨੂੰ ਇੱਕ ਜਿਹੜੀ ਮੋਹਰ ਹੈ ਉਹ ਮਿਲਣਾ ਕੀਤੀ ਹੈ ਤੇ ਬਾਕੀ ਜਿਹੜੇ ਕੋਲੇ ਆ ਸਵਾਹ ਹੈ ਘੜੇ ਦੇ ਵਿੱਚ। ਤਾਂ ਉਧਰੋਂ ਸਾਧ ਸੰਗਤ ਜੀ ਜਿਹੜਾ ਗੁਰਮੁਖ ਆ ਰਿਹਾ ਸੀ ਸੇਵਾ ਕਰਕੇ, ਸਿਮਰਨ ਕਰਕੇ, ਤਾਂ ਸਾਧ ਸੰਗਤ ਜੀ ਉਸਦੇ ਪੈਰ ਦੇ ਵਿੱਚ ਜਿਹੜੀ ਸੂੜ ਸੀ ਉਹ ਵੱਜ ਗਈ, ਭਾਵ ਕਿ ਉਸਨੂੰ ਬੜਾ ਦੁੱਖ ਹੋਇਆ, ਦਰਦ ਹੋਇਆ ਉਸ ਨੂੰ। ਤਾਂ ਸਾਧ ਸੰਗਤ ਜਦੋਂ ਆਏ, ਉਹ ਇਕੱਠੇ ਹੋਏ ਤਾਂ ਬੜਾ ਖੁਸ਼ ਹੋਇਆ ਕਿ ਭਾਈ ਮੈਂ ਔਗਣ ਕਮਾਉਣ ਗਿਆ ਸੀ, ਮੈਂ ਵੇਸ਼ਵਾ ਨਾਲ ਭੋਗ ਕਰਨ ਗਿਆ ਸੀ, ਮਨ ਦੀ ਸੰਤੁਸ਼ਟੀ ਵਾਸਤੇ ਵਿਸ਼ਵ ਵਿਕਾਰਾਂ ਦੇ ਵਸ਼ ਵਿੱਚ ਆ ਕਰਕੇ, ਤਾਂ ਮੈਨੂੰ ਜਿਹੜੀ ਇਹ ਇੱਕ ਮੋਹਰ ਦੀ ਪ੍ਰਾਪਤੀ ਹੋਈ ਹੈ ਤੇ ਤੈਨੂੰ ਕੀ ਪ੍ਰਾਪਤ ਹੋਇਆ। ਤਾਂ ਗੁਰਮੁਖ ਕਹਿੰਦਾ ਮੇਰੇ ਪੈਰ ਵਿੱਚ ਜਿਹੜੀ ਸੂਲ ਹੈ ਵੱਜਣਾ ਕੀਤੀ ਹੈ। ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਹੋਇਆ ਤਾਂ ਇਹਨਾਂ ਨੇ ਸੋਚਿਆ, ਇਹਨਾਂ ਨੂੰ ਪਤਾ ਲੱਗਾ ਕਿ ਮਹਾਰਾਜ ਸਾਹਿਬ ਜੀ ਆਪਣੇ ਪਿੰਡ ਤੋਂ ਬਾਹਰ ਆਏ ਹੋਏ ਹਨ। ਤਾਂ ਇਹ ਸਾਧ ਸੰਗਤ ਦੋਨੇ ਚਲੇ ਗਏ ਮਹਾਰਾਜ ਸਾਹਿਬ ਜੀ ਪਾਸ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਾਸ। ਤਾਂ ਇਹਨਾਂ ਨੇ ਜਾ ਕਰਕੇ ਆਖਿਆ ਕਿ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਦੀ ਵਾਰਤਾ ਵੀ ਸਾਰੀ ਵਾਰਤਾ ਦੱਸ ਦੇਣਾ ਕੀਤੀ ਕਿ ਵੇਸ਼ਵਾ ਨਾਲ ਭੋਗ ਕਰਨ ਗਿਆ ਸੀ, ਇਸ ਨੂੰ ਘੜਾ ਲੱਭਾ, ਘੜੇ ਵਿੱਚ ਸਾਰੀ ਸਵਾਹ ਸੀ ਤੇ ਇੱਕ ਮੋਹਰ ਸੀ ਸੋਨੇ ਦੀ। ਤਾਂ ਦੂਸਰੇ ਗੁਰਮੁਖ ਨੇ ਆਖਤਾ ਮੈਂ ਸੇਵਾ ਕਰਨ ਗਿਆ ਸੀ, ਗੁਰੂ ਘਰ ਗਿਆ ਸੀ, ਮੇਰੇ ਪੈਰ ਦੇ ਵਿੱਚ ਜਿਹੜੀ ਸੂਲ ਹੈ ਵੱਜ ਗਈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਇਹ ਪੁਰਾਣੇ ਕਰਮਾਂ ਦੇ ਲੇਖੇ ਜੋਖੇ ਹਨ। ਕਹਿੰਦੇ ਜਿਹੜਾ ਇਹ ਔਗਣ ਕਮਾਉਣ ਗਿਆ ਸੀ, ਵੇਸ਼ਵਾ ਦੁਆਰੇ ਤੇ ਜਾਂਦਾ ਸੀ ਹਰ ਰੋਜ਼, ਇਸ ਨੂੰ ਇਹ ਔਗਣ ਕਮਾਉਂਦਾ ਗਿਆ, ਇਸ ਕਰਕੇ ਇਸ ਨੂੰ ਇੱਕ ਮੋਹਰ ਪ੍ਰਾਪਤ ਹੋਈ ਆ। ਜਿਹੜਾ ਇਸ ਨੂੰ ਘੜਾ ਲੱਭਾ ਸੀ, ਮਹਾਰਾਜ ਸਾਹਿਬ ਕਹਿੰਦੇ ਉਹ ਸਾਰਾ ਹੀ ਇਸ ਦੇ ਕਰਮਾਂ ਵਿੱਚ ਸੀ, ਮੋਹਰਾਂ ਦਾ ਭਰਿਆ ਹੋਇਆ ਸੀ। ਪਰ ਇਹ ਔਗਣ ਕਮਾਈ ਗਿਆ, ਜਿਵੇਂ ਜਿਵੇਂ ਔਗਣ ਕਮਾਈ ਗਿਆ ਉਹ ਜਿਹੜੀਆਂ ਮੋਹਰਾਂ ਸੀ ਉਹ ਸਵਾਹ ਬਣਦੀਆਂ ਗਈਆਂ। ਹੁਣ ਤੇ ਬੜੇ ਜ਼ਿਆਦਾ ਔਗਣ ਵੱਧ ਗਏ ਸਨ। ਕੋਈ ਵੇਲੇ ਇੱਕ ਅੱਧਾ ਗੁਣ ਰਹਿ ਗਿਆ ਸੀ, ਪੁੰਨ ਰਹਿ ਗਿਆ ਸੀ, ਜਿਹੜਾ ਇਸ ਨੂੰ ਜਿਹੜੀ ਇੱਕ ਮੋਹਰ ਦੀ ਪ੍ਰਾਪਤੀ ਹੋ ਗਈ। ਜੇ ਔਗਣ ਨਾ ਕਮਾਉਂਦਾ ਤਾਂ ਇਸ ਨੂੰ ਘੜੇ ਦਾ
ਘੜਾ ਪ੍ਰਾਪਤ ਹੋਣਾ ਸੀ ਮੋਹਰਾਂ ਦਾ। ਤੇ ਗੁਰਮੁਖ ਆਸਤੇ ਆਖਣ ਲੱਗੇ, ਭਾਈ ਗੁਰਮੁਖਾ, ਤੇਰੇ ਵੀ ਪੁਰਾਣੇ ਕਰਮ ਹਨ ਕਿ ਤੈਨੂੰ ਸੂਲੀ ਤੇ ਚੜ੍ਹਨਾ ਪੈਣਾ ਸੀ, ਤੈਨੂੰ ਸੂਲ ਮਿਲ ਗਈ। ਇਸ ਪ੍ਰਕਾਰ ਜਦੋਂ ਸਾਧ ਸੰਗਤ ਜੀ ਮਹਾਰਾਜ ਸਾਹਿਬ ਨੇ ਆਖਿਆ ਤਾਂ ਇਹਨਾਂ ਦਾ ਭਰਮ ਸੀ ਨਾਸ਼ ਹੋ ਗਿਆ। ਤਾਂ ਬੜਾ ਦੁੱਖ ਹੋਇਆ ਕਿ ਮੈਨੂੰ ਜਿਹੜਾ ਉਹ ਵੇਸ਼ਵਾਏ ਦੁਆਰੇ ਜਾਂਦਾ ਸੀ, ਉਸਨੂੰ ਬੜਾ ਦੁੱਖ ਹੋਇਆ ਕਿ ਮੈਨੂੰ ਇੱਕ ਮੋਹਰ ਹੀ ਮਿਲਣਾ ਕੀਤੀ ਹੈ। ਬਾਅਦ ਵਿੱਚ ਬੜਾ ਪਛਤਾਇਆ ਕਿ ਮੈਂ ਔਗਣ ਨਾ ਕਰਦਾ ਤੇ ਮੈਨੂੰ ਘੜਾ ਮੋਹਰਾਂ ਦਾ ਮਿਲਣਾ ਸੀ। ਹੁਣ ਕਿੱਥੇ ਸਵਾਹ ਬਣ ਗਏ ਹਨ ਮੇਰੇ ਔਗਣ ਵੇਖ ਕੇ, ਹੁਣ ਕਿੱਥੇ ਮੈਨੂੰ ਇੱਕ ਮੋਹਰ ਹੀ ਮਿਲੀ ਆ। ਪਰ ਜਿਹੜਾ ਗੁਰਮੁਖ ਹੈ, ਜਿਹੜਾ ਗੁਰੂ ਘਰ ਸੇਵਾ ਕਰਨ ਜਾਂਦਾ ਸੀ, ਉਹ ਸ਼ੁਕਰਾਨਾ ਕਰਦਾ ਮਹਾਰਾਜ ਸਾਹਿਬ ਜੀ ਆਪ ਜੀ ਨੇ ਸੇਵਾ ਤੇ ਲਾਈ ਰੱਖਿਆ, ਤਾਂ ਜੋ ਜਿਹੜੀ ਮੇਰੀ ਸੂਲੀ ਤੋਂ ਜਿਹੜੀ ਸੂਲ ਸੀ ਉਹ ਬਣ ਜਾਣਾ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੀ ਆਪਾਂ ਨੂੰ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਕਿ ਨਾਮ ਬੜਾ ਜਪਦੇ ਹਾਂ, ਭਜਨ ਬੰਦਗੀ ਕਰਦੇ ਹਾਂ, ਪਰ ਆਪਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਪ੍ਰਕਾਰ ਸਾਧ ਸੰਗਤ ਜੀ ਆਪਾਂ ਨੂੰ ਸ਼ੰਕਾ ਨਹੀਂ ਕਰਨਾ ਚਾਹੀਦਾ, ਸਗੋਂ ਮਹਾਰਾਜ ਸਾਹਿਬ ਜੀ ਧੰਨਵਾਦ ਹੀ ਕਰਨਾ ਚਾਹੀਦਾ ਹੈ ਜੋ ਕਿ ਸੂਲੀ ਤੋਂ ਸੂਲ ਬਣਾ ਦਿੰਦੇ ਹਨ। ਮਹਾਰਾਜ ਸਾਹਿਬ ਕਹਿੰਦੇ ਹਨ, ਜਿਹੜਾ ਐਸਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਨੂੰ ਚੇਤੇ ਕਰਨਾ ਕਰੋ, ਉਸ ਨੂੰ ਧਿਆਉਣਾ ਕਰੋ, ਤਾਂ ਵੀ ਉਤਰਾ ਹੈ ਪਾਰਾ। ਤਿਸ ਤੇ ਸਿਮਰਨ ਕਰਕੇ ਆਪ ਜੀ ਵੀ ਜਿਹੜੇ ਪਾਰ ਉਤਾਰਾ ਹੋ ਜਾਣਾ ਕਰੇਗਾ, ਆਪ ਜੀ ਦਾ ਵੀ ਸੰਸਾਰ ਤੋਂ, ਆਪ ਜੀ ਵੀ ਸੰਸਾਰ ਤੋਂ ਤਰ ਜਾਣਾ ਕਰੋਗੇ। ਭਾਵ ਕਿ ਆਪ ਜੀ ਨੂੰ ਜਿਨ੍ਹਾਂ ਨੇ ਸਾਧ ਸੰਗਤ ਦੀ ਨਾਮ ਜਪਿਆ ਹੈ, ਭਜਨ ਬੰਦਗੀ ਕੀਤੀ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਜਿਨ੍ਹਾਂ ਨੇ ਸਾਧ ਸੰਗਤ ਜੀ ਨਾਮ ਜਪਿਆ, ਭਜਨ ਬੰਦਗੀ ਕੀਤੀ, ਸਾਧ ਸੰਗਤ ਜੀ ਉਹਨਾਂ ਦੀ ਹੁਣ ਤੱਕ ਸੋਭਾ ਹੋ ਰਹੀ ਆ। ਹੁਣ ਤੱਕ ਬੜੇ ਵੱਡੇ ਮੇਲੇ ਲੱਗਦੇ ਹਨ, ਬੜੀਆਂ ਸੰਗਤਾਂ ਆਉਂਦੀਆਂ ਹਨ। ਉਹ ਕਿਸ ਕਰਕੇ? ਨਾਮ ਦੀ ਕਮਾਈ ਕਰਕੇ। ਉਹਨਾਂ ਕੋਲ ਨਾਮ ਦੀ ਕਮਾਈ ਸੀ ਸਾਧ ਸੰਗਤ ਜੀ, ਇਸ ਕਰਕੇ ਉਹਨਾਂ ਦੇ ਸਥਾਨਾਂ ਦੇ ਮੇਲੇ ਲੱਗਦੇ ਹਨ, ਬੜੀ ਸੰਗਤ ਜੁੜਦੀ ਆ ਉਹਨਾਂ ਕੋਲੇ। ਉਹਨਾਂ ਦੀ ਸੋਭਾ ਜੁਗ ਜੁਗ ਹੀ ਹੁੰਦੀ ਆ। ਇਹ ਨਹੀਂ ਤਾਂ ਸਾਧ ਸੰਗਤ ਜੀ ਵੇਖਲਾ ਨਾ ਕਰੀਏ, ਕਿੰਨੇ ਮਰ ਕੇ ਜਾ ਚੁੱਕੇ ਹਨ, ਕੌਣ ਉਹਨਾਂ ਨੂੰ ਯਾਦ ਕਰਦਾ ਹੈ? ਯਾਦ ਤਾਂ ਉਹਨਾਂ ਨੂੰ ਕਰਦੇ ਹਨ ਜਿਨ੍ਹਾਂ ਨੇ ਨਾਮ ਜਪਿਆ ਹੈ, ਭਜਨ ਬੰਦਗੀ ਕੀਤੀ ਹੈ, ਸੇਵਾ ਸਿਮਰਨ ਕੀਤਾ ਹੈ, ਆਪਣਾ ਜਿਹੜਾ ਜੀਵਨ ਹੈ ਲੇਖੇ ਵਿੱਚ ਲਾਇਆ ਹੈ, ਉਹਨਾਂ ਨੂੰ ਸਾਧ ਸੰਗਤ ਜੀ ਯਾਦ ਕਰਦੇ ਹਨ। ਇਹ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਉਪਦੇਸ਼ ਅੱਜ ਬਖਸ਼ਣਾ ਕੀਤਾ ਹੈ। ਆਇਆ ਹੋਇਆ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸੇ, ਤਾਂ ਜੋ ਆਪਣਾ ਜਿਹੜਾ ਲੋਕ ਪ੍ਰਲੋਕ ਸੁਹੇਲਾ ਹੋ ਸਕੇ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹੈ ਮੇਲੇ। ਕਥਾ ਵਿਚਾਰ ਕਰਦਿਆਂ ਹੋਇਆ ਨੇਕ ਨਹੀਂ, ਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ। ਆਪ ਜੀ ਨੇ ਵਿਦਿਆਰਥੀ ਜਾਣ ਕਰਕੇ ਮਾਫ ਕਰਨਾ, ਅੱਗੇ ਤੋਂ ਸਮੱਤ ਬਖਸ਼ਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਨੂੰ ਬਖਸ਼ ਲੈਣ, ਆਪ ਗੁਰੂ ਰੂਪ ਗੁਰੂ ਸਾਧ ਸੰਗਤ ਜੀ ਬਖਸ਼ਣ ਯੋਗ ਨੂੰ ਬਖਸ਼ ਲੈਣਾ। ਅੱਗੇ ਤੇ ਸਮੱਤ ਬਖਸ਼ਣੀ ਆਪਣਾ ਸ੍ਰੇਸ਼ਟ ਜਸ ਗਾਇਨ ਆਪ ਹੀ ਗਾਂ ਵਾਸਤੇ ਕਰਾ ਲੈਣ। ਹੁਣ ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਅਜਾਮਲ ਪਾਪੀ ਜਗ ਜਾਣੇ, ਨਿਮਖ